ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹਰਮਨ ਜੀ ਨਾਲ ਨੇ। ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਚੜ੍ਹਦੀ ਕਲਾ ਵਾਲੀ ਭਾਈ ਜ਼ਿੰਦਾਬਾਦ ਆ। ਇਹ ਸਦਾ ਹੀ ਜ਼ਿੰਦਾਬਾਦ ਰਵੇ। ਵੈਸੇ ਮੈਂ ਤੁਹਾਨੂੰ ਵਿਚਲੀ ਗੱਲ ਦੱਸਾਂ, ਹਾਂਜੀ। ਮੈਂ ਭੁੱਲ ਗਿਆ ਸੀ। ਮੈਂ ਚੱਜ ਦਾ ਵਿਚਾਰ ਕਰਦੇ ਹਾਂ ਤੇ ਕਹਿਣ ਲੱਗੇ ਖਬਰ ਦੀ ਖਬਰ ਚ ਹਾਜ਼ਰ ਹਾਂ। देखो चेते रखा करो। हाँ। वो भी बहुत महत्वपूर्ण प्रोग्राम है। हाँ। पर ये भी बहुत महत्वपूर्ण प्रोग्राम है। ਬਿਲਕੁਲ ਸਹੀ ਆ जी ते बाकी टहना साहब मौसम फिर बदल गया। ਬਦਲਣਾ ਹੀ ਉਹਨੇ ਹੁਣ, ਉਹ ਇੱਕ ਥਾਂ ਤੇ ਥੋੜੀ ਖੜਾ ਰਹੂਗਾ। नहीं पर लोकी ਤਾਂ ਚਾਹੁੰਦੇ ਸੀ ਵੀ ਖੜਾ ਹੀ ਰਵੇ। ਪਰਸੋਂ ਨਾ ਮੈਨੂੰ ਇੱਕ ਸੱਜਣ ਨੇ ਕਿਹਾ, ਜੀ। ਕਹਿੰਦਾ ਦੇਖ ਬਈ ਚਿਰਾ ਪੂੰਜੀ ਵਰਗਾ ਲੱਗਦਾ ਆ, ਬੱਦਲੀ ਜੀ ਹੈਗੀ ਆ, ਆ ਨਜ਼ਾਰੇ ਆ, ਲੱਗਦਾ ਨਾ ਜਿਵੇਂ ਬਾਹਰ ਬੈਠੇ ਹੁੰਨੇ ਕਿਤੇ ਮਨਾਲੀ ਦੇ ਵਿੱਚ। ਮੈਂ ਕਿਹਾ ਕੋਈ ਗੱਲ ਨਹੀਂ, ਕੱਲ ਨੂੰ ਦੇਖੀ। ਆਹਾ। ਤੇ ਕੱਲ ਭੰਬੜਾ ਭੂ ਹੋਇਆ ਪਿਆ ਸੀ, ਗਰਮੀ ਕੱਢੀ ਜਾਂਦੀ ਵੱਟ ਹੁਣ। ਪਰ ਅੱਜ ਫੇਰ ਬਦਲੀ ਜੀ ਆਉਂਦੀ ਹੈ, ਬਦਲੀ ਜੀ ਜਾਂਦੀ ਹੈ, ਬਦਲੀ ਜੀ ਆਉਂਦੀ ਹੈ, ਬਦਲੀ ਜੀ ਜਾਂਦੀ ਹੈ, ਫੇਰ ਇਦਾਂ ਸਾਰਾ ਕੁਝ ਹੋਈ ਜਾਂਦਾ ਹੈ। ਹੋਰ ਸੁਣਾਓ, ਛੁੱਟੀ ਠੀਕ ਰਹੀ? ਹਾਂਜੀ ਠੀਕ ਰਹੀ ਟਾਣਾ ਸਾਹਿਬ, ਵਧੀਆ ਰਹੀ। ਚਲੋ ਵਧੀਆ। ਤੇ ਆਪਾਂ ਹੁਣ ਚਾਹ ਦੇ ਵਿਚਾਰ ਦੀ ਸਾਂਝ ਪਾ ਲਈਏ। ਪਹਿਲਾਂ ਤੁਸੀਂ ਦੇਖੋ ਵੀ ਚੱਜ ਦਾ ਵਿਚਾਰ ਇਹ ਆ ਵੀ ਜੇਕਰ ਤੁਸੀਂ ਪੈਨਸਲ ਬਣ ਕੇ ਕਿਸੇ ਦੀਆਂ ਖੁਸ਼ੀਆਂ ਨਹੀਂ ਲਿਖ ਸਕਦੇ, ਜੇਕਰ ਤੁਸੀਂ ਪੈਨਸਲ ਬਣ ਕੇ ਕਿਸੇ ਦੀਆਂ ਖੁਸ਼ੀਆਂ ਨਹੀਂ ਲਿਖ ਸਕਦੇ, ਤਾਂ ਫਿਰ ਰਬੜ ਬਣ ਕੇ ਕਿਸੇ ਦੇ ਗਮ ਹੀ ਮਿਟਾ ਦਿਓ। ਆਏ ਹਾਏ ਕੀ ਬਾਤ ਹੈ, ਕਮਾਲ ਕਰਤੀ ਟਾਣਾ ਸਾਹਿਬ। ਪਰ ਅੱਜ ਦੇ ਦੌਰ ਦੇ ਵਿੱਚ ਲੋਕ ਰਬੜ ਬਣਨ ਨਾਲੋਂ ਜ਼ਿਆਦਾ ਪੈਨ ਬਣਨ ਦੀ ਕੋਸ਼ਿਸ਼ ਕਰਦੇ ਨੇ। ਪੈਨਸਲ ਦਾ ਲਿਖਿਆ ਹੋਇਆ ਤਾਂ ਫਿਰ ਵੀ ਮਿਟ ਜਾਂਦਾ ਹੈ। ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ। ਹਾਂਜੀ, ਪਰ ਪੈਨ ਦਾ ਲਿਖਿਆ ਹੋਇਆ ਮਿਟਦਾ ਵੀ ਹੈ ਨਹੀਂ, ਉੱਤੇ ਘਾਜੋ ਮੀਚਾ ਹੀ ਕਰਨਾ ਪੈਂਦਾ। ਹਾਂ, ਘਾਜੋ ਮੀਚਾ ਕਰਨਾ ਪੈਂਦਾ। ਵਾਹ। ਐ ਹੀ ਹੁੰਦਾ, ਪਹਿਲਾਂ ਕੁਝ ਗਲਤ ਲੱਗਦਾ ਹੋਵੇ ਤਾਂ ਕੱਚ ਹਾਂ, ਪਤਾ ਹੀ ਨਾ ਲੱਗੇ ਲਿਖਿਆ ਕੀ ਸੀ। ਬਿਲਕੁਲ ਸਹੀ ਹੈ। ਕਈ ਵਾਰ ਤਾਂ ਕੋਸ਼ਿਸ਼ ਹੀ ਇਸ ਚੀਜ਼ 'ਚ ਨਿਕਲ ਜਾਂਦੀ, ਖਾਸ ਤੌਰ ਤੇ ਜੇ ਪੇਪਰ ਉੱਪਰ ਦੇਣਾ ਹੋਵੇ ਨਾ, ਵੀ ਕਿਤੇ ਮੈਡਮ ਪੜ੍ਹ ਨਾ ਲਵੇ ਵੀ ਘਾਚੇ ਵਿੱਚ ਨਾ ਥੱਲੇ ਕੀ ਲਿਖਿਆ ਸੀ। ਆਪਣੇ ਵਾਲਾ ਆਉਣ ਦਿਓ ਹੁਣ। ਕਹਿੰਦੇ ਕਾਲੀ ਦੇ ਵਿੱਚ ਕੀਤਾ ਗਿਆ ਵਿਸ਼ਵਾਸ, ਕਾਲੀ ਦੇ ਵਿੱਚ ਕੀਤਾ ਗਿਆ ਭਰੋਸਾ, ਤੇ ਮਿਹਨਤ ਤੋਂ ਬਿਨਾਂ ਲਗਾਈ ਆਸ, ਤੇ ਮਿਹਨਤ ਤੋਂ ਬਿਨਾਂ ਲਾਈ ਹੋਈ ਆਸ ਦਾ ਨਤੀਜਾ ਸਦਾ ਧੋਖਾ ਹੀ ਹੁੰਦਾ। ਦਾ ਨਤੀਜਾ ਹਮੇਸ਼ਾ ਹੀ ਧੋਖਾ ਨਿਕਲਦਾ ਹੈ। ਹਾਂ, ਵਾਹ, ਇੰਨਾ ਹੀ ਸੀ ਟਾਣਾ ਸਾਹਿਬ। ਹੁਣ ਮਤਲਬ 10 ਨੰਬਰਾਂ ਦਾ ਆਨਸਰ ਸੁਣਾ ਦਿਆਂ? ਨਹੀਂ, ਆਨਸਰ ਨਹੀਂ ਹੁੰਦਾ, ਉੱਤਰ ਹੁੰਦਾ। ਉੱਤਰ। ਹਾਂ ਜੀ। ਤੇ ਦੱਸੋ ਮੇਰਾ ਚਾਹ ਦਾ ਵਿਚਾਰ ਕਿਵੇਂ ਲੱਗਿਆ? ਬਿਲਕੁਲ ਜੀ, ਮਿਹਨਤ ਤੋਂ ਬੰਦੇ ਦਾ ਸੁਭਾਅ ਸਖਣਾ ਨਹੀਂ ਹੋਣਾ ਚਾਹੀਦਾ, ਤੇ ਬੇਲੋੜੀ ਕਿਸੇ ਦੇ ਉੱਤੇ ਆਸ ਨਹੀਂ ਕਰਨੀ ਚਾਹੀਦੀ। ਜਿੰਨਾ ਕ ਆਪਾਂ ਕਿਸੇ ਦੀ ਆਸ ਦੇ ਉੱਤੇ ਖਰਾ ਉਤਰ ਸਕਦੇ ਨਾ, ਓਨੀ ਕੁ ਹੀ ਕਿਸੇ ਤੋਂ ਆਸ ਕਰੋ। ਟਾਣਾ ਸਾਹਿਬ ਪੁੱਠਾ ਹੋ ਗਿਆ। ਨਹੀਂ ਤੇ ਪੂਰੀ ਗੱਲ ਤਾਂ ਹੋ ਲੈਣ ਦਿਓ। ਹਾਂਜੀ ਹਾਂਜੀ। ਆਪਾਂ ਕਈ ਵਾਰੀ ਆਸ ਬਹੁਤ ਲਾ ਬੈਠਦੇ ਆ ਵੀ ਭਾਈ ਉਹ ਮੇਰੇ ਕੰਮ ਨਹੀਂ ਆਇਆ, ਉਹ ਮੇਰੇ ਕੰਮ ਆਊਗਾ। ਇਹ ਸੋਚੋ ਵੀ ਆਪਾਂ ਕਿਸੇ ਦੇ ਕਿੰਨਾ ਕੰਮ ਆਉਨੇ ਆ ਜੀ, ਇਹ ਜ਼ਰੂਰੀ ਆ। ਹਾਂ ਬਿਲਕੁਲ। ਤੇ ਮੈਂ ਚਾਹੀਦਾ ਵਿਚਾਰ ਸੁਣਾਇਆ ਕੀ ਸੀ ਤੁਸੀਂ? ਇਹ ਗੱਲ ਗਲਤ ਆ। ਮੈਂ ਕਿਹਾ ਸੀ ਕਾਲੀ 'ਚ ਕੀਤਾ ਹੋਇਆ ਕਿਸੇ ਤੇ ਵਿਸ਼ਵਾਸ, ਹਾਂ, ਤੇ ਮਿਹਨਤ ਤੋਂ ਬਿਨਾਂ ਲਗਾਈ ਆਸ, ਤੇ ਭਰੋਸਾ ਵੀ ਕਿਸੇ ਤੇ ਬੇਲੋੜਾ ਨਹੀਂ ਕਰਨਾ ਚਾਹੀਦਾ। ਹਾਂ ਬਿਲਕੁਲ ਸਹੀ। ਦੇਖੋ ਅੱਜ ਦੇ ਦੌਰ ਦੇ ਵਿੱਚ ਅਕਸਰ ਅਸੀਂ ਵਿਸ਼ਵਾਸ ਕਰਨ ਦੇ ਵਿੱਚ ਵੀ ਕਾਹਲ ਕਰਦੇ ਹਾਂ। ਫਟ ਸਾਨੂੰ ਕਿਸੇ ਤੇ ਵੀ ਵਿਸ਼ਵਾਸ ਹੋ ਜਾਂਦਾ ਹੈ ਵੀ ਇਹ ਤਾਂ ਮੇਰਾ ਹੀ ਹੈ। ਨਾਲੇ ਸਾਡੇ ਤਾਂ ਪੰਜਾਬੀਆਂ ਦੇ ਸੁਭਾਅ ਦਾ ਹਿੱਸਾ, ਜੇ ਕੋਈ 4 ਸ਼ਬਦ ਬੰਦਾ ਸੋਹਣਾ ਬੋਲ ਲਵੇ ਤੇ ਆਪਾਂ ਕਹਿੰਦੇ ਇਹ ਪੰਜਾਬ ਬਚਾ ਸਕਦਾ। ਇਹ ਆ ਵੈਸੇ ਸਾਡਾ ਸਿਰਮੌਰ, ਤੇ ਪਤਾ ਇਹ ਲੱਗਦਾ ਜਦੋਂ ਉਹ ਦੂਜੇ ਪਾਸੇ ਚਲਾ ਜਾਂਦਾ। ਬਿਲਕੁਲ ਸਹੀ। ਪਰ ਗੱਲ ਇਹ ਆ ਨਾ ਟਾਣਾ ਸਾਹਿਬ, ਪੰਜਾਬੀ ਵਿਚਾਰੇ ਠੱਗੇ ਹੀ ਇੰਨੀ ਵਾਰ ਜਾ ਚੁੱਕੇ ਨੇ, ਕੀ ਕਰਨ? ਨਹੀਂ, ਫਿਰ ਹੱਦ ਹੋ ਗਈ। ਇਹ ਹੈਗੀ ਆ ਸਿਰਫ ਤੇ ਸਿਰਫ ਆਪਣੇ ਆਪ ਨੂੰ ਬਚਾਉਣ ਵਾਲੀ ਗੱਲ। ਇਹ ਹੈਗੀ ਆ ਖੁਦ ਨੂੰ ਕਵਰ ਕਰਨ ਵਾਲੀ ਗੱਲ, ਜਦੋਂ ਕਹਿੰਦੇ ਪਰਦਾ ਪਾਉਣ ਵਾਲੀ। ਦੇਖੋ ਪੰਜਾਬੀ ਠੱਗੇ ਗਏ, ਬੜੇ ਦੁੱਖ ਦੀ ਗੱਲ ਆ। ਤੇ ਪੰਜਾਬੀਆਂ ਨੂੰ ਠੱਗਿਆ ਵੀ ਤਾਂ ਪੰਜਾਬੀਆਂ ਨਹੀਂ ਆ, ਜਿਹੜੇ ਸਾਡੇ ਆਪਣੇ ਚੁਣੇ ਆ। ਤੇ ਸਾਨੂੰ ਵੋਟ ਪਾਉਣ ਦਾ ਵੱਲ ਹੁਣ ਤੱਕ ਆਇਆ ਹੀ ਨਹੀਂ, ਤੇ ਆਪਾਂ ਤਾਂ ਅੱਗੇ ਤੋਂ ਵੀ ਠੱਗੀ ਜਾਣਾ। ਬਿਲਕੁਲ ਸਹੀ ਗੱਲ ਹੈ। ਸਾਡੇ ਨਾਲੋਂ ਤਾਂ ਹਰਿਆਣੇ ਵਾਲੇ ਜਿਹੜੇ ਕਿਸਾਨ ਆ, ਉਹ ਲੱਖ ਦਰਜੇ ਮੈਨੂੰ ਚੰਗੇ ਲੱਗਣ ਲੱਗ ਗਏ। ਮਾਫ ਕਰਨਾ, ਇਹ ਗਲਤ ਨਾ ਕੋਈ ਸਮਝੇ, ਕਿਉਂਕਿ ਉੱਥੇ ਇੱਕ ਵਾਰੀ ਹੋਕਾ ਦਿੱਤਾ ਜਾਂਦਾ ਗੁਰਨਾਮ ਸਿੰਘ ਚੜੂਨੀ ਵੱਲੋਂ, ਟਕੈਤ ਹੋਰਾਂ ਵੱਲੋਂ, ਤੇ ਉੱਥੇ ਟੋਹਾਣੇ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਜਾਂਦੇ ਆ ਥਾਣੇ ਨੂੰ ਘੇਰਾ ਪਾਉਣ ਦੇ ਲਈ। ਉੱਥੇ ਇੱਕ ਵਾਰੀ ਅੱਖਾਂ ਦੇ ਵਿੱਚੋਂ ਅਥਰੂ ਡਿੱਗਦੇ ਟਕੈਤ ਦੇ, ਤੇ ਪੂਰੀ ਯੂਪੀ ਆ ਕੇ ਗਾਜ਼ੀਪੁਰ ਦੇ ਬਾਰਡਰ ਤੇ ਬਹਿ ਜਾਂਦੀ ਆ। ਤੇ ਸਾਡੇ ਵਾਲੇ ਪਾਸੇ ਜੇਕਰ 31 ਦੇ 31 ਕਿਸਾਨ ਆਗੂ ਨੱਤ ਰੋਈ ਜਾਣ, ਭੁੱਬਾ ਮਾਰਨ, ਪਰ ਆਪਾਂ ਡਰਾਮੇ ਕਰਦੇ ਆ। ਇਹ ਪਖੰਡ ਆ ਇਹਨਾਂ ਦੇ, ਇਹ ਵਿਕੇ ਹੋਏ ਆ। ਇਹ ਉੱਤੋਂ ਹੀ ਐ ਕਰਦੇ, ਮਗਰ ਮੱਛ ਵਾਲੇ ਅਥਰੂ ਆ। ਆਪਾਂ ਨਗੋਚਾ ਕੱਢਣ ਤੇ ਲੱਗ ਪੈਨੇ ਆ। ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ। ਪਰ ਦੇਖੋ ਗੱਲ ਇਹ ਹੈ ਵੀ ਅੱਜ ਜੇਕਰ ਹਰਿਆਣੇ ਵਾਲੇ ਅੱਗੇ ਆਏ ਆ ਤਾਂ ਹੀ ਸਾਰੇ ਉਹਨਾਂ ਦੀ ਗੱਲ ਵੀ ਕਰ ਰਹੇ ਤੇ ਸਾਡੇ ਵਾਲੇ ਜਿਹੜੇ ਕਈ, ਸਾਰੇ ਤਾਂ ਨਹੀਂ, ਜਿਹੜੇ ਬੰਦੇ ਬਾਰਡਰਾਂ ਦੇ ਉੱਤੇ ਬੈਠੇ ਆ ਭੈਣਾ ਵੀਰ, ਉਹਨਾਂ ਨੂੰ ਤਾਂ ਸਲਾਮ ਕਰਨੀ ਬਣਦੀ ਆ। ਪਰ ਵੱਡੀ ਗਿਣਤੀ ਦੇ ਵਿੱਚ ਤਾਂ ਜਿਹੜੇ ਕ੍ਰਾਂਤੀਕਾਰੀ ਯੋਧੇ ਆ, ਉਹ ਚੱਕ ਕੇ ਝੱਡੀ ਇੱਕ ਪਾਰਟੀ ਦੀ ਐ ਨੂੰ ਤੁਰ ਪੈਂਦੇ ਆ। ਆ ਕੱਲ ਨੂੰ ਤੁਸੀਂ ਰੈਲਿੰਗਾਂ ਦਾ ਸਿਲਸਿਲਾ ਸ਼ੁਰੂ ਹੋਣ ਦਿਓ, ਨਾਲ ਦੀ ਨਾਲ ਫਿਰ ਉਵੇਂ ਹੀ ਚੱਲ ਪੈਣਾ ਕੰਮ। ਪਤਾ ਹੀ ਨਹੀਂ ਇਹਨਾਂ ਨੂੰ MSP ਵੱਖਰੀ ਮਿਲਦੀ ਆ, ਇਹਨਾਂ ਨੂੰ ਕੋਈ ਵੱਖਰੀਆਂ ਚੀਜ਼ਾਂ ਮਿਲਦੀਆਂ ਸਰਕਾਰ ਦੇ ਵੱਲੋਂ। ਇਹ ਉਧਰ ਵੀ ਜਾ ਆਉਂਦੇ ਆ, ਇੱਧਰ ਵੀ ਜਾਂਦੇ ਆ।
ਜੱਜ ਦਾ ਵਿਚਾਰ। ਟਾਣਾ ਸਾਹਿਬ, ਤੁਸੀਂ ਟੋਹਾਣਾ ਦਾ ਜ਼ਿਕਰ ਕੀਤਾ ਤੇ ਆਪਾਂ ਉਹੀ ਖਬਰ ਸਾਂਝੀ ਕਰ ਲੈਂਦੇ ਆ ਕਿ ਇਸ ਵੇਲੇ ਜਦ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਉਸ ਵੇਲੇ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਟੋਹਾਣਾ ਦੇ ਵਿੱਚ ਜਿਹੜਾ ਪੁਲਿਸ ਸਟੇਸ਼ਨ ਹੈ ਉਹਨੂੰ ਘੇਰਾ ਪਾਇਆ ਹੋਇਆ ਹੈ। ਦੇਖੋ ਗੱਲ ਇਹ ਹੈ ਵੀ ਪਿਛਲੇ ਦਿਨੀ ਜਨ ਨਾਇਕ ਜਨਤਾ ਪਾਰਟੀ ਦਾ ਵਿਧਾਇਕ ਆ ਜਿਹੜਾ ਦਵਿੰਦਰ ਬਬਲੀ ਜੀ, ਉਹਦੇ ਵੱਲੋਂ ਕਿਸਾਨਾਂ ਨੂੰ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਸੀ। ਉਸ ਤੋਂ ਬਾਅਦ ਕਿਸਾਨਾਂ ਨੇ ਸੰਘਰਸ਼ ਹੋਰ ਤਿੱਖਾ ਕਰਤਾ। ਪੁਲਿਸ ਨੇ ਕਈ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਹੋਏ ਆ। ਕਿਸਾਨਾਂ ਨੇ ਇਹ ਗੱਲ ਕਹੀ ਜੀ ਕਿ ਅਸੀਂ ਥਾਣੇ ਦਾ ਘਿਰਾਓ ਕਰਾਂਗੇ ਜੇਕਰ ਸਾਡੇ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂ ਨਾ ਛੱਡੇ, ਜੇਕਰ ਦਰਜ ਕੀਤੇ ਪਰਚੇ ਰੱਦ ਨਾ ਕੀਤੇ। ਤਾਂ ਪੁਲਿਸ ਇਸ ਗੱਲ ਨੂੰ ਮੰਨ ਕੇ ਨਹੀਂ ਰਾਜੀ ਤੇ ਕਿਸਾਨ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਬੈਠੇ ਆ। ਉਹ ਸਿਰੜੀ ਆ, ਉਹ ਡਟੇ ਹੋਏ ਆ, ਉਹ ਕਹਿੰਦੇ ਵੀ ਸਾਡਾ ਕਸੂਰ ਦੱਸੋ। ਦਵਿੰਦਰ ਬਬਲੀ ਹੋਰਾਂ ਨੇ ਘਬਰਾ ਕੇ ਹੁਣ ਮਾਫੀ ਵੀ ਮੰਗ ਲਈ है किसानों तो। वो कहने भी मेरे मुंह से आपत्तिजनक शब्द निकल गए, मैं उनके लिए माफी मांगता हूं। पर किसान कहते भी जेकर इहदे करके परचे दर्ज होए आ, इन्हें माफी मंग ली है तो पुलिस फिर परचे क्यों नहीं रद्द कर देगी? पुलिस गिरफ्तार किए गए किसान आगू क्यों नहीं छड़ देगी? सो इस तरीके का माहौल बन रहा। पर इस वक्त पंजाब ही नहीं पूरे भारत के ਵੱਖ-ਵੱਖ सूबਿਆਂ ਦੇ ਵਿੱਚ किसान अंदोलन होर तिखा हो रहा ਤੇ ਇਸ ਤਿੱਖੇ ਹੋਏ ਅੰਦੋਲਨ ਦੇ ਕਰਕੇ ਬੀਜੇਪੀ ਤੇ ਆਰਐਸਐਸ ਦੇ ਆਗੂ ਤੀਜੇ ਕਰਨ ਮੀਟਿੰਗ ਕਰਦੇ ਆ ਵੀ ਆਪਾਂ ਨੂੰ ਯੂਪੀ ਕਿਵੇਂ ਬਚਾਉਣੀ ਚਾਹੀਦੀ ਆ, उत्तराखंड किवें बचाउणा चाहिदा, फलानी थां दे उत्ते आपां किवें बाहर निकल सकदे आ, फलानी थां दे उत्ते किवें मीटिंगां कर सकदे आ। जी बिल्कुल। पर टाणा साहब तुसीं वेख्या होएगा कि सब कुछ जो कुछ भी वापर रहा है इस वेले सब कुछ दा नतीजा ये भी निकल के सामने आया कि बहुत सारे भाजपा दे नाल जुड़े हुए जिहड़े लोक ने आगू ने वो भी अंदर खाते हुणे आवाज़ां कड्ढण लग गए ने कि पार्टी नूं जिद छड्ड के ते किसानां दी गल मन लैनी चाहीदी है। सो बदलाव उधरले वाले बन्ने भी आ रहा है इस किसानी अंदोलन दा। आउणा भी चाहीदा। देखो 6 महीने तो वध दा समा हो गया। कल तक मैनू होर गल चेते आ गई। मनोहर लाल खट्टर होरी कहने हुंदे सी ये तो चंद क लोग हैं हमारे सूबे के, ये तो सारे किसान पंजाब के हैं, वो ही सबसे ज्यादा आंदोलन कर रहे हैं क्योंकि वहां कांग्रेस की सरकार है। हमारे तो मुट्ठी भर किसान है ते उन्हां मुट्ठी भर किसानां नूं हुण गिण के देख लवे टोहाणे च जाके, हैलीकॉप्टर राहीं गिण लवे, आप भीस बन के जाके गिण लवे, पता लग जूगा भी ये मुट्ठी भर आ, सैकड़े आ जां हज़ारां जां बार्डरां दे वल झात मार के देख लवे। सो जदों किसानां नूं चढ़ाया जांदा, ਜਦੋਂ ਤਪਿਆਂ ਨੂੰ ਹੋਰ ਤਪਾਇਆ ਜਾਂਦਾ ਤਾਂ ਫਿਰ ਉਹ ਕਹਿੰਦੇ ਵੀ ਭਾਈ ਆਰ ਜਾਂ ਪਾਰ ਦੀ ਜੰਗ ਹੁਣ ਲੱਗ ਪਈ ਆ। ਸੋ ਮੇਰੀ ਤਾਂ ਬੇਨਤੀ ਇਹ ਆ ਵੀ ਆਪਾਂ ਕਿਸੇ ਨਾਲ ਵਧੀਕੀ ਨਹੀਂ ਕਰਨੀ, ਪਰ ਜਿਹੜੀਆਂ ਹੱਕੀ ਮੰਗਾਂ ਉਹਨਾਂ ਲਈ ਡਟੇ ਵੀ ਰਹਿਣਾ, ਕਿਸੇ ਨਾਲ ਧੱਕਾ ਮੁੱਕੀ ਨਹੀਂ ਕਰਨੀ। ਪਰ ਗੱਲ ਇਹ ਆ ਵੀ ਜੇਕਰ ਸਰਕਾਰ ਕੁਝ ਕਰੂਗੀ ਤਾਂ ਫਿਰ ਕਿਸਾਨ ਕਹਿੰਦੇ ਵੀ ਅਸੀਂ ਵੀ ਇਹਨਾਂ ਨੂੰ ਦੱਸਾਂਗੇ ਵੀ ਜਲਵਾ ਕੀ ਹੁੰਦਾ। ਦੇਖੋ ਲੋੜ ਵੀ ਹੈ ਟਾਣਾ ਸਾਹਿਬ, ਕਿੰਨੀ ਕੁ ਦੇਰ ਤੱਕ, ਕਿੰਨਾ ਸਮਾਂ ਹੋ ਗਿਆ ਹਾਲੇ ਤੱਕ ਸਿਰਫ ਕਦੀ ਕੋਈ ਟਿੱਚਰ ਕਰ ਜਾਂਦਾ ਹੈ, ਕਦੀ ਕੋਈ ਮਜ਼ਾਕ ਕਰ ਜਾਂਦਾ ਹੈ, ਕਦੀ ਕੋਈ ਕੁਝ ਕਹਿ ਜਾਂਦਾ ਹੈ, ਕਦੀ ਕੋਈ ਕੁਝ ਕਹਿ ਜਾਂਦਾ ਹੈ। ਜੇਕਰ ਹਾਲੇ ਵੀ ਕੁਝ ਨਾ ਕੀਤਾ ਗਿਆ, ਹਾਲੇ ਵੀ ਏਕਾ ਨਾ ਦਿਖਾਇਆ ਗਿਆ, ਮੇਰੇ ਕਹਿਣ ਦਾ ਮਤਲਬ ਹੈ, ਤੇ ਫਿਰ ਹੱਲ ਕਦੇ ਵੀ ਨਹੀਂ ਨਿਕਲਣਾ। ਦੇਖੋ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਨੂੰ ਵੀ ਕਈ ਹਫ਼ਤੇ ਨਿਕਲ ਚੱਲੇ ਆ। ਉਹ ਚਿੱਠੀ ਸੀ ਵੀ ਹੁਣ ਦੱਸੋ ਵੀ ਆਪਾਂ ਕਦੋਂ ਮੀਟਿੰਗ ਕਰਨੀ ਆ। ਤੁਸੀਂ ਕਹਿੰਦੇ ਸੀ ਵੀ किसानों और मेरे में सिर्फ एक फोन कॉल की दूरी है, पर किसान कहते भी असी हुण मीटिंग लई समा मंगदे आ, तुसीं समा भी नहीं दिंदे। तुहानूं फिकर कुर्सियां दा पिया होया, साडीआं फसलां दा, साडीआं नस्लां दा, साडे भविख दा कदों फिकर करोगे? इस करके किसान तपे पए आ। पंजाब दे विच ही नहीं हरियाणे दे विच तां बहुत वड्डा जलवा देखण नूं मिल रिहा। जी बिल्कुल। जज दा विचार। टाणा साहब, कोरोना महामारी ने ऐसे पैर फैलाए, ऐसे पैर फैलाए, ऐसे पैर फैलाए कि हुण तां रब नूं भी कोरोना हो गया। बिल्कुल जी, ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਫਲਾਣੇ ਬੰਦੇ ਨੂੰ ਅਸੀਂ ਰੱਬ ਮੰਨਦੇ ਆ, ਜਦੋਂ ਉਹਨੂੰ ਵੀ ਕਰੋਨਾ ਹੋ ਜੇ ਤਾਂ ਫਿਰ ਇਉਂ ਲੱਗਦਾ ਵੀ ਯਾਰ ਜਾਂ ਤਾਂ ਇਹਨੂੰ ਰੱਬ ਨਹੀਂ ਸੀ ਮੰਨਣਾ ਚਾਹੀਦਾ ਤੇ ਜਾਂ ਫਿਰ ਵਿੱਚ ਕੋਈ ਨਾ ਕੋਈ ਹੋਰ ਗੱਲ ਹੈਗੀ ਆ ਜਿਹੜੀ ਕਿ ਝੋਲ ਮਾਰ ਗਈ ਆ ਵੀ ਜਾਂ ਫਿਰ ਸਾਡੀ ਸ਼ਰਧਾ ਹੀ ਐਸੀ ਆ ਵੀ ਅਸੀਂ ਕਿਸੇ ਨੂੰ ਵੀ ਰੱਬ ਬਣਾ ਕੇ ਬਹਿ ਜਾਂਦੇ ਆ। ਆ ਹੁਣ ਗੁਰਮੀਤ ਰਾਮ ਰਹੀਮ ਹੋਰਾਂ ਨੂੰ ਕਰੋਨਾ ਹੋਇਆ, ਇਹ ਜਦੋਂ ਪਿੱਛੇ ਜੇ ਆਏ ਸੀ। ਵੈਸੇ ਇੱਕ ਹੋਰ ਗੱਲ ਆ, ਥੋੜੇ ਕੁ ਸਮੇਂ ਦੇ ਵਿੱਚ ਇਹ 4 ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ, ਹੁਣ ਫੇਰ ਜੇਲ੍ਹ ਦੇ ਵਿੱਚੋਂ ਬਾਹਰ ਆਏ ਆ। ਮੈਦਾਂਤਾ ਹਸਪਤਾਲ ਦੇ ਵਿੱਚ ਗੁਰਮੀਤ ਰਾਮ ਰਹੀਮ ਇਸ ਵੇਲੇ ਦਾਖਲ ਆ। ਕੁਝ ਕੁ ਦਿਨ ਪਹਿਲਾਂ ਹੀ ਆਪਾਂ ਜਾਣਦੇ ਵੀ ਗੁਰੂਗ੍ਰਾਮ ਦੇ ਹਸਪਤਾਲ ਦੇ ਵਿੱਚ ਲੈ ਕੇ ਆਏ, ਉੱਥੇ ਕਹਿੰਦੇ ਵੀ ਕਰੋਨਾ ਟੈਸਟ ਕਰਨਾ, ਪਰ ਗੁਰਮੀਤ ਰਾਮ ਰਹੀਮ ਹੋਰਾਂ ਨੇ ਜ਼ਿੱਦ ਕਰ ਲਈ, ਕਹਿੰਦੇ ਨਾ ਮੈਂ ਤਾਂ ਨਹੀਂ ਕਰਾਉਣਾ ਜੀ। ਹੁਣ ਪਤਾ ਲੱਗਾ ਵੀ ਰਾਤ ਦੇ ਵੇਲੇ ਉਹਨਾਂ ਦੇ ਢਿੱਡ ਦੇ ਵਿੱਚ ਪੀੜ ਉੱਠੀ, ਫਿਰ ਉਹਨਾਂ ਨੂੰ ਲੈ ਕੇ ਗਏ ਹਸਪਤਾਲ, ਉੱਥੇ ਪਤਾ ਲੱਗਾ ਵੀ ਟੈਸਟ ਕਰਵਾਉਣ ਤੋਂ ਬਾਅਦ ਇਹ ਤਾਂ ਕਰੋਨਾ ਪੋਜ਼ਿਟਿਵ ਆ। ਹੁਣ ਇਹਨਾਂ ਨੂੰ ਉੱਥੇ ਦਾਖਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਵੀ ਗੁਰਮੀਤ ਰਾਮ ਰਹੀਮ ਨੇ ਜ਼ਿੱਦ ਕੀਤੀ ਵੀ ਮੈਂ ਤਾਂ ਹਨੀਪ੍ਰੀਤ ਦੇ ਨਾਲ ਮੁਲਾਕਾਤ ਕਰਨੀ ਆ ਤੇ ਹਨੀਪ੍ਰੀਤ ਨੂੰ 15 ਤਰੀਕ ਤੱਕ ਦੇ ਲਈ, 15 ਜੂਨ ਤੱਕ ਦੇ ਲਈ ਅਟੈਂਡੈਂਟ ਦੇ ਤੌਰ ਦੇ ਉੱਤੇ, ਦੇਖਭਾਲ ਕਰਨ ਵਾਲੀ ਕੁੜੀ ਦੇ ਤੌਰ ਦੇ ਉੱਤੇ ਇੱਕ ਕਾਰਡ ਬਣਾ ਕੇ ਦੇ ਦਿੱਤਾ ਗਿਆ। ਉਹ ਹੁਣ ਮਿਲ ਗਿਲ ਸਕਦੀ ਹੈ। ਨਹੀਂ ਇੱਕ ਮਿੰਟ, ਇਹ ਸਾਰੀਆਂ ਗੱਲਾਂ ਮੈਨੂੰ ਸਮਝ ਨਹੀਂ ਆਈਆਂ।
ਕਿ ਇੱਕ ਤਾਂ ਕੁਝ ਕੁ ਸਮੇਂ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ, ਦੂਸਰਾ ਢਿੱਡ 'ਚ ਪੀੜ ਉੱਠੀ ਦਾ ਸਿੱਧਾ ਲਗਾ ਜਿਹੜਾ ਮਤਲਬ ਸਿੱਧਾ ਜਿਹੜਾ ਜੋੜ ਤੋੜਾ ਉਹ ਕਰੋਨਾ ਨਾਲ ਲੱਗ ਗਿਆ, ਤੀਜਾ ਜੇਕਰ ਕਰੋਨਾ ਪੀੜਤ ਕੋਈ ਹੋਵੇ ਤਾਂ ਉਹਦੇ ਤਾਂ ਪਰਿਵਾਰਕ ਜੀਆਂ ਨੂੰ ਵੀ ਕੋਲ ਨਹੀਂ ਜਾਣ ਦਿੰਦੇ, ਤਾਂ ਫਿਰ ਹਨੀਪ੍ਰੀਤ ਕੋਲ ਇਹੋ ਜਿਹੀ ਕਿਹੜੀ ਤਾਕਤ ਆ ਵੀ ਉਹਨੂੰ ਕਰੋਨਾ ਨਹੀਂ ਹੋਊਗਾ ਤੇ ਉੱਥੇ ਅਟੈਂਡੈਂਟ ਦੇ ਤੌਰ ਤੇ ਕੰਮ ਕਰੂਗੀ। ਦੇਖੋ ਵੀ ਇਹ ਤਾਂ ਮਹਾਰਾਜ ਹੀ ਜਾਣਦਾ, ਪਰ ਵਿਚਲੀਆਂ ਖਬਰਾਂ ਇਹੀ ਆ। ਪਰ ਕੁਝ ਦਿਨ ਪਹਿਲਾਂ ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਗੁਰਮੀਤ ਰਾਮ ਰਹੀਮ ਨੇ ਜੇਲ੍ਹ ਦੇ ਵਿੱਚ ਇੱਕ ਚਿੱਠੀ ਲਿਖੀ ਸੀ ਆਪਣੇ ਪੈਰੋਕਾਰਾਂ ਨੂੰ, ਆਪਣੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਨੂੰ, ਤੇ ਉਹਨਾਂ ਨੂੰ ਦੱਸਿਆ ਸੀ ਵੀ ਕਰੋਨਾ ਤੋਂ ਬਚਾ ਕਿਵੇਂ ਰੱਖਣਾ ਹੈ। ਉਹਦੇ ਵਿੱਚ ਵੱਖੋ ਵੱਖਰੇ ਤਰ੍ਹਾਂ ਦੇ ਕਾਹਵਿਆਂ ਦੇ ਬਾਰੇ 'ਚ ਕਿਵੇਂ ਭਾਫ ਲੈਣੀ ਹੈ ਸਾਰਾ ਕੁਝ ਦੱਸਿਆ ਗਿਆ ਸੀ ਵੀ ਇਹਦਾ ਤੁਸੀਂ ਕਰੋਨਾ ਤੋਂ ਬਚੇ ਰਹੋਗੇ। ਤੇ ਜਿਹੜਾ ਲੋਕਾਂ ਨੂੰ ਸਲਾਹਾਂ ਦਿੰਦਾ ਸੀ ਵੀ ਇਦਾਂ ਕਰੋਨਾ ਨਹੀਂ ਹੋਊਗਾ, ਉਹ ਆਪ ਕਰੋਨਾ ਪੀੜਤ ਕਿਵੇਂ ਹੋ ਗਿਆ? ਬਸ ਇਹੀ ਤਾਂ ਸਵਾਲ ਆ, ਇਹੀ ਤਾਂ ਗੁੰਝਲਦਾਰ ਬੁਝਾਰਤ ਆ ਜਿਹਨੂੰ ਬੁੱਝ ਕੋਈ ਨਹੀਂ ਸਕਿਆ ਹਾਲੇ ਤੱਕ। ਮੰਨਿਆ ਇਹ ਜਾ ਰਿਹਾ, ਇਹ ਵੀ ਹੋ ਸਕਦਾ ਵੀ ਸੱਚੀ ਮੁੱਚੀ ਕਰੋਨਾ ਹੋ ਗਿਆ ਹੋਵੇ। ਆਪਾਂ ਇਹ ਨਹੀਂ ਗੱਲ ਕਹਿ ਸਕਦੇ ਹੁਣ ਕੀ ਪਤਾ ਕੱਲ ਨੂੰ ਮੈਨੂੰ ਹੋ ਜੇ। ਕਰੋਨਾ ਕਿਸੇ ਨੂੰ ਵੀ ਹੋ ਸਕਦਾ, ਕਿਸੇ ਨੂੰ ਵੀ ਹੋ ਸਕਦਾ, ਕੋਈ ਵੀ ਸਮੱਸਿਆ ਆ ਸਕਦੀ ਹੈ। ਪਰ ਮੰਨਿਆ ਇਹ ਜਾ ਰਿਹਾ ਵੀ ਜਿਸ ਤਰੀਕੇ ਦੇ ਨਾਲ ਜੇਲ੍ਹ ਦਾ ਪ੍ਰਸ਼ਾਸਨ ਉਲਾਰਵਾਦੀ ਹੈ, ਜਿਵੇਂ ਕਿ ਉਹਨਾਂ ਦੀ ਹਰ ਗੱਲ ਮੰਨੀ ਜਾਂਦੀ ਹੈ ਗੁਰਮੀਤ ਰਾਮ ਰਹੀਮ ਦੀ, ਹੋ ਸਕਦਾ ਵੀ 2022 ਦੀਆਂ ਚੋਣਾਂ ਤੋਂ ਪਹਿਲਾਂ ਲੰਮੀ ਰਿਹਾਈ ਮਿਲੇ, ਪੈਰੋਲ ਲੰਮੀ ਮਿਲ ਜੇ, ਜਾਂ ਕੋਈ ਹੋਰ ਮੋੜ ਇਸ ਮਾਮਲੇ ਦੇ ਵਿੱਚ ਕੱਟਿਆ ਜਾਵੇ ਜਿਹਦੇ ਕਰਕੇ ਪੈਰੋਕਾਰ ਖਾਸੇ ਖੁਸ਼ ਹੋ ਜਾਣ। ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਲੋਕ ਆਪਣੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਸਭ ਕੁਝ ਨੂੰ ਲੈ ਕੇ, ਕਿਉਂਕਿ ਲੋਕ ਵੀ ਹੁਣ ਸਿਆਣੇ ਹੋ ਗਏ ਨੇ, ਉਹਨਾਂ ਨੂੰ ਸਭ ਕੁਝ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ, ਕੀ ਚੱਲ ਰਿਹਾ, ਕਿਵੇਂ ਚੱਲ ਰਿਹਾ ਹੈ। ਸੋ ਲੋਕਾਂ ਦੇ ਮਨਾਂ 'ਚ ਸਵਾਲ ਬਹੁਤ ਆ ਰਹੇ ਨੇ। ਇਹ ਸਵਾਲ ਆਉਣੇ ਕੁਦਰਤੀ ਆ, ਜਿਹੜਾ ਬੰਦੇ ਦੇ ਦਿਮਾਗ ਦੇ ਵਿੱਚ ਸਵਾਲ ਆਉਂਦੇ ਆ ਮਤਲਬ ਇਹ ਆ ਵੀ ਉਹਦਾ ਦਿਮਾਗ ਸਹੀ ਕੰਮ ਕਰਦਾ, ਉਹ ਤੰਦਰੁਸਤ ਜ਼ਿਹਨੀਅਤ ਦਾ ਮਾਲਕ ਆ। ਜਿਹਦੇ ਦਿਮਾਗ ਦੇ ਵਿੱਚ ਸਵਾਲ ਹੀ ਨਹੀਂ ਆਉਂਦੇ, ਪਰ ਸਵਾਲ ਵੀ ਊਟ ਪਟਾਂਗ ਨਹੀਂ ਹੋਣੇ ਚਾਹੀਦੇ ਵੀ ਭਾਈ ਪਿਆ ਗੁਰਮੀਤ ਰਾਮ ਰਹੀਮ ਆ ਤੇ ਗੱਲ ਕਰੀ ਜਾਗੇ ਜੋ ਬਾਈਡਨ ਦਾ ਕੀ ਬਣੂਗਾ। ਸਵਾਲ ਢੁਕਵਾਂ ਹੋਣਾ ਚਾਹੀਦਾ, ਇਹ ਬੜਾ ਜ਼ਰੂਰੀ ਆ। ਪਰ ਸਾਡੇ ਦੇਸ਼ ਦੇ ਵਿੱਚ ਇਸ ਵਕਤ ਜਿਹੜੇ ਆਪੇ ਬਣੇ ਪਿਤਾ ਆਪੇ ਬਣੇ ਬਾਪੂ ਆ ਜਿਹੜੇ, ਉਹ ਜਦੋਂ ਬਿਮਾਰ ਹੁੰਦੇ ਆ ਤਾਂ ਫਿਰ ਭਗਤਾਂ ਨੂੰ ਸੋਚਣਾ ਵਿਚਾਰਨਾ ਜ਼ਰੂਰ ਚਾਹੀਦਾ। ਆਸਾਰਾਮ ਵੀ ਕਰੋਨਾ ਪੋਜ਼ਿਟਿਵ ਹੋ ਗਿਆ, ਉਹਦੀ ਹਾਲਤ ਵੀ ਕਿੰਨੇ ਗੰਭੀਰ ਰਹੀ ਆ, ਤੇ ਉਹਨੂੰ ਵੀ ਲੋਕ ਕਹਿੰਦੇ ਵੀ ਸਾਡੇ ਬਾਪੂ ਜੀ ਆ, ਸਾਨੂੰ ਚਮਤਕਾਰ ਹੀ ਕਰਕੇ ਦਿਖਾਉਂਦੇ ਆ। ਗੱਲ ਇਹ ਮੈਨੂੰ ਇਹ ਲੱਗਦਾ ਟਾਣਾ ਸਾਹਿਬ ਕਿ ਹਰ ਇੱਕ ਦਾ ਆਪੋ ਆਪਣਾ ਢੰਗ ਹੋ ਸਕਦਾ ਰੱਬ ਨੂੰ ਮੰਨਣ ਦਾ, ਪਰ ਅਸੀਂ ਥੋੜਾ ਜਿਹਾ ਦਿਮਾਗ ਖੋਲ ਕੇ ਥੋੜਾ ਜਿਹਾ ਤਰਕ ਦੇ ਨਾਲ ਵੀ ਜ਼ਿੰਦਗੀ ਜਿਉਣੀ ਸ਼ੁਰੂ ਕਰੀਏ, ਕਿਉਂਕਿ ਰੱਬ ਜਿੰਨਾ ਤੁਹਾਡਾ ਹੈ ਉਨਾ ਮੇਰਾ ਵੀ ਹੈ। ਇਹਦੇ ਲਈ ਇਹ ਨਹੀਂ ਕਿ ਮੈਨੂੰ ਉਸ ਰੱਬ ਤੱਕ ਪਹੁੰਚਣ ਦੇ ਲਈ ਰੱਬ ਨੇ ਕੋਈ ਏਜੰਟ ਛੱਡੇ ਹੋਇਆ ਵੀ ਇਹੀ ਪਹੁੰਚਾ ਸਕਦਾ ਤੁਹਾਨੂੰ ਰੱਬ ਤੱਕ। ਰੱਬ ਜਿੰਨਾ ਉਹਨਾਂ ਏਜੰਟਾਂ ਦਾ, ਰੱਬ ਉਹਨਾਂ ਸਾਰੇ ਆਮ ਬੰਦਿਆਂ ਦਾ ਵੀ ਹੈ। ਪੀਕੇ ਫਿਲਮ ਸੀ ਜਿਹੜੀ, ਉਹਦੇ 'ਚ ਆਮਿਰ ਖਾਨ ਨੂੰ ਸਵਾਲ ਪੁੱਛਿਆ ਜਾਂਦਾ ਵੀ ਭਾਈ ਤੂੰ ਨਾਸਤਿਕ ਆ, ਤੂੰ ਰੱਬ ਬਾਰੇ ਕੀ ਜਾਣਦਾ? ਉਹ ਕਹਿੰਦਾ ਮੈਂ ਰੱਬ ਬਾਰੇ ਜਾਣਦਾ ਹੀ ਕੁਛ ਨਹੀਂ, ਇਸੇ ਕਰਕੇ ਮੈਂ ਤੰਦਰੁਸਤ ਆ। ਉਹ ਕਹਿੰਦਾ ਵੀ ਉਹ ਕਿਵੇਂ ਸਵਾਲ ਕਰਨ ਵਾਲਾ? ਕਹਿੰਦਾ ਤੁਸੀਂ ਸਾਰੇ ਕਹਿੰਦੇ ਵੀ ਰੱਬ ਇੱਕ ਹੈ, ਪਰਮਾਤਮਾ ਇੱਕ ਹੈ, ਭਗਵਾਨ ਇੱਕ ਹੈ, ਪਰ ਫਿਰ ਉਹਦੇ ਟਿਕਾਣੇ ਇੰਨੇ ਕਿਉਂ ਆ? ਕਿਤੇ ਉਹ ਇਹਦਾ ਰੱਬ ਵੱਖਰੇ ਰੂਪ ਦੇ ਵਿੱਚ ਆ, ਇਹਦਾ ਰੱਬ ਵੱਖਰੇ ਰੂਪ ਦੇ ਵਿੱਚ ਆ। ਜੇ ਇਹ ਹੈ ਹੀ ਇੱਕ ਤਾਂ ਫਿਰ ਤੁਸੀਂ ਵੱਖ-ਵੱਖ ਥਾਵਾਂ ਤੇ ਵੰਡੀਆਂ ਕਿਹੜੀ ਗੱਲੋਂ ਪਾਈਆਂ? ਕੋਈ ਇੱਧਰ ਇਮਾਰਤ ਬਣਾਈ ਬੈਠੇ ਹੋ, ਕੋਈ ਇੱਧਰ ਬਣਾਈ ਬੈਠੇ ਹੋ, ਉਹ ਤਾਂ ਤੁਹਾਡੇ ਫਿਰ ਅੰਦਰ ਆ। ਫਿਰ ਤੁਸੀਂ ਅੰਦਰਲੀ ਗੱਲ ਬਾਹਰ ਉਛਲ ਕੇ ਕਿਉਂ ਕਰਦੇ ਆ? ਸਵਾਲ ਤਾਂ ਇਹ ਆ। ਬਾਕੀ ਦੇਖੋ ਕਰੋਨਾ ਚੋਂ ਬੰਦਾ ਉੱਭਰੇ ਹੁੰਦਾ 14 ਦਿਨਾਂ ਬਾਅਦ, ਸ਼ਾਇਦ ਹੋ ਜੇ ਕੁਛ। ਜੱਜ ਦਾ ਵਿਚਾਰ। ਹਰਮਨ ਜੀ ਕਹਿੰਦੇ ਕਰੋਨਾ ਘਟ ਰਿਹਾ ਦੇਸ਼ ਦੇ ਵਿੱਚ ਤੇ ਕਾਫੀ ਘਟ ਗਿਆ। ਚੰਗੀ ਗੱਲ ਹੈ, ਘਟਣਾ ਵੀ ਚਾਹੀਦਾ, ਪਰ ਕੀ ਸੱਚੀ ਮੁੱਚੀ ਹਕੀਕਤ 'ਚ ਘਟ ਰਿਹਾ? ਦੇਖੋ ਹਕੀਕਤ ਦੇ ਵਿੱਚ ਘਟੂਗਾ ਵੀ ਜਾਂ ਘਟ ਵੀ ਰਿਹਾ ਹੋਣਾ, ਪਰ ਮੈਂ ਕੱਲ ਇੱਕ ਰਿਪੋਰਟ ਪੜ੍ਹੀ, ਉਹਦੇ 'ਚ ਲਿਖਿਆ ਸੀਗਾ ਇੱਕ ਮਾਹਿਰ ਦੇ ਵੱਲੋਂ, ਕਹਿੰਦੇ ਵੀ ਅਗਸਤ ਸਤੰਬਰ ਦੇ ਵਿੱਚ ਕਰੋਨਾ ਦੀ ਤੀਜੀ ਲਹਿਰ ਭਾਰਤ ਦੇ ਵਿੱਚ ਆਉਣੀ ਤੈਅ ਆ। ਇਸ ਕਰਕੇ ਤੁਸੀਂ ਪ੍ਰਬੰਧ ਕਿਉਂ ਨਹੀਂ ਕੀਤੇ ਤੇ ਕਿਹੋ ਜਿਹੇ ਕੀਤੇ, ਤੇ ਇਹਦੇ ਬਾਬਤ ਆਪੇ ਚਿੰਤਨ ਕਰ ਲਓ। ਪਰ ਮੈਂ ਵੀ ਇਹ ਗੱਲ ਸੋਚਦਾ ਵੀ ਜੇ ਸੱਚੀ ਮੁੱਚੀ ਕਰੋਨਾ ਦੀ ਲਹਿਰ ਆ ਗਈ ਤੀਜੀ ਜਾਂ ਫੰਗਸ ਵਾਲੀ ਆ ਗਈ, ਤਾਂ ਫਿਰ ਸਾਡੇ ਕੋਲੇ ਕਿੰਨੇ ਕੁ ਪ੍ਰਬੰਧ ਹੈਗੇ ਆ? ਇਹ ਦੁਨੀਆ ਦੇ ਵਿੱਚ ਪਹਿਲੀ ਵਾਰ ਮੈਨੂੰ ਦੇਖਣ ਨੂੰ ਮਿਲ ਰਿਹਾ ਵੀ ਵੈਕਸੀਨ ਦੇ ਉੱਤੇ ਵੀ ਲੜਾਈ, ਟੈਸਟਿੰਗ ਦੇ ਉੱਤੇ ਵੀ ਲੜਾਈ, ਮੌਤਾਂ ਦੇ ਉੱਤੇ ਵੀ ਲੜਾਈ, ਹਸਪਤਾਲਾਂ ਦੇ ਨਾਂ 'ਤੇ ਵੀ ਲੜਾਈ, ਆਕਸੀਜਨ ਦੇ ਨਾਂ 'ਤੇ ਵੀ ਲੜਾਈ, ਤੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਹਸਪਤਾਲ ਦੇ ਵਿੱਚੋਂ ਘਰ ਲੈ ਕੇ ਜਾਣ ਦੇ ਉੱਤੇ ਵੀ ਲੜਾਈ। ਕਿਉਂਕਿ ਹੁਣ ਤਾਂ ਪਤਾ ਲੱਗਾ ਜੀ ਕਿ ਪੰਜਾਬ ਦੀ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਜਿਹੜੀ ਕਰੋਨਾ ਵੈਕਸੀਨ ਵੇਚਦੀ ਆ ਉਹਦੇ ਤੇ ਰੌਲਾ ਪੈ ਗਿਆ। ਇਸ ਤੋਂ ਪਹਿਲਾਂ ਸਾਡੇ ਸੂਬੇ ਦੇ ਵਿੱਚ ਕੇਸ ਘੱਟ ਆ ਤੇ ਇੱਕ ਸੰਸਥਾ ਕਹਿੰਦੀ ਸੀ ਵੱਧ ਆ, ਇਸ ਗੱਲ ਤੇ ਲੜਾਈ। ਮੌਤਾਂ ਦੀ ਗਿਣਤੀ ਦੇ ਉੱਤੇ ਕਿੰਨੀ ਵੱਡੀ ਲੜਾਈ ਛਿੜੀ ਆ। ਸੋ ਭਾਰਤ ਦੇ ਵਿੱਚ ਬਸ ਇਦਾਂ ਦੀਆਂ ਗੱਲਾਂ ਹੀ ਚੱਲਦੀਆਂ, ਮਸਲੇ ਆ ਇੱਥੇ, ਹੱਲ ਕੋਈ ਨਹੀਂਗਾ। ਬਿਲਕੁਲ ਸਹੀ ਗੱਲ ਹੈ, ਪਰ ਇਹ ਕਰੋਨਾ ਜਿਹੜਾ ਉਹ ਘਟਣਾ ਚਾਹੀਦਾ ਹੈ ਤੇ ਘਟੇਗਾ ਸਿਰਫ ਤੇ ਸਿਰਫ ਜਦੋਂ ਲੋਕ ਵਾਕਈ ਸੋਚਣਗੇ, ਲੋਕ ਵਾਕਈ ਸਿਹਤ ਵਿਭਾਗ ਦੀਆਂ ਗੱਲਾਂ ਮੰਨਣਗੇ ਤਾਂ ਹੀ ਘਟੇਗਾ, ਨਹੀਂ ਤਾਂ ਨਹੀਂ ਘਟੇਗਾ। ਤੇ ਬਾਕੀ ਟਾਣਾ ਸਾਹਿਬ ਕੁਝ ਇੱਕ ਅਫਵਾਹਾਂ ਜਿਹੜੀਆਂ ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਅੱਗੇ ਤੋਂ ਅੱਗੇ ਫੈਲ ਰਹੀਆਂ ਨੇ। ਮੈਨੂੰ ਸਮਝ ਨਹੀਂ ਆਉਂਦੀ ਹੁੰਦੀ ਵੀ ਉਹਨਾਂ ਲੋਕਾਂ ਨੂੰ ਕੀ ਮਿਲਦਾ ਹੁੰਦਾ ਜਿਹੜੇ ਲੋਕ ਬਿਨਾਂ ਕਿਸੇ ਜਾਣਕਾਰੀ ਤੋਂ, ਬਿਨਾਂ ਕਿਸੇ ਗੱਲ ਤੋਂ ਐਵੇਂ ਛੁਰਲੀ ਛੱਡ ਦਿੰਦੇ, ਫਲਾਣਾ ਮਰ ਪਿਆ, ਫਲਾਣਾ ਜਿਉਂ ਪਿਆ, ਫਲਾਣੇ ਨੂੰ ਆਹ ਹੋ ਗਿਆ, ਫਲਾਣੇ ਨੂੰ ਆਹ ਹੋ ਗਿਆ। ਵੀ ਤੁਸੀਂ
ਤੁਸੀਂ ਇਹੀ ਦਿਮਾਗ ਕਿਸੇ ਹੋਰ ਕੰਮ 'ਚ ਲਾ ਲਓ, ਜਾਂ ਫਿਰ ਜੇ ਇੰਨਾ ਹੀ ਤੁਹਾਨੂੰ ਚੰਗਾ ਲੱਗਦਾ ਇਹ ਕੰਮ ਕਰਨਾ ਤੇ ਸੱਚੀ ਖਬਰ ਪਹੁੰਚਾਓ ਕਿਸੇ ਤੱਕ, ਕਿਉਂ ਝੂਠੀਆਂ ਖਬਰਾਂ ਫੈਲਾਉਂਦੇ ਹੋ? ਦੇਖੋ, ਘਰ ਦੇ ਵਿੱਚ ਬੈਠ ਕੇ ਵਿਹਲੜ ਲੋਕ ਆ ਜਿਹੜੇ ਵੀ, ਮੈਂ ਇਹ ਨਹੀਂ ਕਹਿੰਦਾ ਵੀ ਬਹੁਤ ਸਾਰੇ ਲੋਕ ਰੁਝੇਵਿਆਂ ਵਾਲੇ ਵੀ ਆ, ਜੀ। ਪਰ ਜਿਹੜੇ ਲੋਕਾਂ ਦੇ ਕੋਲੇ ਹੋਰ ਕੋਈ ਕੰਮ ਹੈ ਨਹੀਂਗਾ, ਜਿਹੜੇ ਨਿਰਾਸ਼ ਤੇ ਆਵਾਜ਼ਾਰ ਹੋਏ ਪਏ ਜ਼ਿੰਦਗੀ 'ਚ, ਮੈਂ ਤਾਂ ਉਹਨਾਂ ਦੇ ਬਾਰੇ ਇਹ ਗੱਲ ਕਹਿਣਾ, ਉਹ ਕਿਸੇ ਦੇ ਬਾਰੇ ਵੀ ਕੋਈ ਵੀ ਕਿਤੇ ਕਰਦੇ ਆ। ਹੁਣ ਲੈਂਬਰ ਹੁਸੈਨਪੁਰੀ ਦੇ ਘਰ ਦੇ ਵਿੱਚ ਸਮੱਸਿਆ ਆਈ, ਜੀ। ਉਹਦੇ ਘਰ ਦਾ ਮਸਲਾ ਆਪਾਂ ਵੜੇਵੇਂ ਲੈਣੇ ਵਿੱਚੋਂ, ਪਤਾ ਨਹੀਂ ਇੱਕ ਜਣੇ ਦੀ ਵੀਡੀਓ ਦੇਖ ਕੇ ਤੇ ਲੈਂਬਰ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ, ਲੈਂਬਰ ਦੀ ਵੀਡੀਓ ਦੇਖ ਕੇ ਤੇ ਸਾਲੀ ਨੂੰ ਮਾੜਾ ਚੰਗਾ ਕਹਿਣ ਲੱਗ ਜਾਂਦੇ ਆ, ਤੇ ਨਾ ਇਹਨਾਂ ਲੋਕਾਂ ਨੂੰ ਇਹ ਪਤਾ ਵੀ ਸਾਲੀ ਗਲਤ ਆ, ਨਾ ਇਹਨਾਂ ਨੂੰ ਪਤਾ ਵੀ ਲੈਂਬਰ ਗਲਤ ਆ। ਟੈਣਾ ਸਾਹਿਬ, ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਸਲੇ ਇਹੋ ਜਿਹੇ ਹੋਏ, ਚਾਹੇ ਆਪਾਂ ਦਿਲਪ੍ਰੀਤ ਢਿੱਲੋਂ ਤੇ ਅੰਬਰ ਜਿਹੜੀ ਉਹਨਾਂ ਦੀ ਵਾਈਫ ਆ ਉਹਦੀ ਗੱਲ ਕਰ ਲਈਏ, ਚਾਹੇ ਆਪਾਂ ਲੈਂਬਰ ਹੁਸੈਨਪੁਰੀ ਦੀ ਗੱਲ ਕਰ ਲਈਏ, ਇਸ ਤੋਂ ਪਹਿਲਾਂ ਹੋਰ ਜਿੰਨੇ ਵੀ ਮਸਲੇ ਹੋਏ, ਇੱਥੋਂ ਤੱਕ ਕਿ ਮੈਨੂੰ ਸਮਝ ਨਹੀਂ ਆਉਂਦੀ, ਸੱਚੀ ਗੱਲ ਹੈ, ਕਿ ਉਹ ਬਜ਼ੁਰਗ ਜਿਨ੍ਹਾਂ ਨੇ ਪਿਛਲੇ ਦਿਨੀ ਵਿਆਹ ਕਰਵਾਇਆ, ਉਹਨਾਂ ਦੇ ਘਰ ਜਾ ਕੇ ਉਸ ਕੁੜੀ ਦੇ ਅੱਗੇ ਮਾਈਕ, ਉਸ ਬਜ਼ੁਰਗ ਦੇ ਅੱਗੇ ਮਾਈਕ, ਕਿਸੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਦਖਲ ਦੇਣ ਵਾਲੇ ਕੌਣ? ਦੱਸੋ ਆਪਾਂ ਕੀ ਲੈਣਾ? ਮਤਲਬ ਦੇਖੋ, ਤੁਸੀਂ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ, ਮੈਂ ਕਿਵੇਂ ਜਿਉਣੀ ਹੈ, ਇਹ ਸਾਡਾ ਆਪਣਾ ਨਿੱਜੀ ਮਸਲਾ ਹੈ। ਇਹਦੇ ਵਿੱਚ ਕੋਈ ਵੀ ਆ ਕੇ ਐਵੇਂ ਕਤਿੱਤ ਕਰੇ, ਕੋਈ ਵੀ ਆ ਕੇ ਪੁੱਛੇ ਕਿਉਂ ਕੀਤਾ, ਕਾਹਤੋਂ ਕੀਤਾ, ਕਿੱਥੇ ਕੀਤਾ, ਕਿਵੇਂ ਕੀਤਾ, ਇਹ ਕੋਈ ਨਹੀਂ ਆ। ਹਰੇਕ ਬੰਦੇ ਨੂੰ ਆਪਣੀ ਨਿਜਤਾ ਪਿਆਰੀ ਹੁੰਦੀ ਹੈ ਤੇ ਹਰੇਕ ਬੰਦੇ ਨੂੰ ਆਪਦੇ ਨਿਜਤਾ ਤੱਕ ਸੀਮਤ ਰਹੋ ਜੀ। ਜੇ ਕੁਝ ਕਿਸੇ ਦਾ ਚੰਗਾ ਕਰ ਸਕਦੇ ਹੋ ਤਾਂ ਉਹ ਕਰੋ, ਨਹੀਂ ਤਾਂ ਇਹਦੇ 'ਚ ਕਿਹੜੀ ਬਹਾਦਰੀ ਹੈ ਵੀ ਕਿਸੇ ਨੂੰ ਗਾਲ ਕੱਢ ਦਿਓ? ਬਿਲਕੁਲ ਨਾ ਆਪਣੀ ਕੋਈ ਪਛਾਣ, ਮੈਨੂੰ ਤਾਂ ਨਾ ਗਵਾਂਢੀ ਨਹੀਂ ਜਾਣਦੇ ਹੁੰਦੇ ਕਈ ਵਾਰ। ਸਾਹਿਬ, ਮੈਨੂੰ ਉਹਨਾਂ ਦੀ ਨਹੀਂ ਸਮਝ ਆਉਂਦੀ ਹੁੰਦੀ। ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੇ ਲੋਕ ਪਾਏ ਜਾਂਦੇ ਨੇ, ਕੁਝ ਇੱਕ ਬਹੁਤ ਸੋਹਣੀ ਗੱਲ ਕਰਦੇ ਨੇ ਜਿਹਦਾ ਵਾਕਈ ਕੋਈ ਅਰਥ ਹੁੰਦਾ ਹੈ, ਕੁਝ ਇੱਕ ਬਹੁਤ ਆਦਰ ਸਤਿਕਾਰ ਦਿੰਦੇ ਨੇ, ਕੁਝ ਇੱਕ ਸਿੱਖਣਾ ਚਾਹੁੰਦੇ ਹੁੰਦੇ ਆ, ਪਰ ਕੁਝ ਇੱਕ ਇਹੋ ਜਿਹੇ ਹੁੰਦੇ ਜਿਹੜੇ ਗਾਲ ਕੱਢ ਕੇ ਨਾ ਫਟਾਫਟ ਬਲੌਕ ਵੀ ਕਰ ਦੇਣਗੇ ਕਿ ਮੈਨੂੰ ਬੰਦਾ ਮੋੜਵਾਂ ਜਵਾਬ ਨਾ ਦੇ ਦੇ। ਮੈਂ ਕਿਉਂਕਿ ਸੁਣਨਾ ਤਾਂ ਚਾਹੁੰਦਾ ਹੀ ਨਹੀਂ, ਮੈਂ ਉਹ ਕਹਿਣਾ ਚਾਹੁੰਦਾ ਜੋ ਮੇਰੇ ਮਨ ਦੇ ਵਿੱਚ ਹੈ, ਤੇ ਮੈਂ ਇਸ ਚੀਜ਼ ਨੂੰ ਬਹੁਤ ਵੱਡੀ ਆਪਣੀ ਮਹਾਨਤਾ ਸਮਝਦਾ ਵੀ ਕਿਸੇ ਨੂੰ ਵੀ ਮੈਸੇਜ ਕਰਕੇ ਮੈਂ ਗਾਲ ਨਿਰਾਸ਼ ਕੱਢ ਤੇ ਦਿਆਂ। ਆਵਾਜ਼ਾਰ ਜਿਹੜੇ ਜ਼ਿੰਦਗੀ ਤੋਂ ਆ, ਇਹ ਉਹਦੀ ਨਿਸ਼ਾਨੀ ਮੈਂ ਪਹਿਲਾਂ ਹੀ ਕਿਹਾ। ਬਿਲਕੁਲ ਪਰ ਸਹੀ। ਹੁਣ ਮਿਲਖਾ ਸਿੰਘ ਮਰ ਗਿਆ, ਇਹ ਸੋਸ਼ਲ ਮੀਡੀਆ ਤੇ ਪੋਸਟਾਂ ਪਾਤੀਆਂ ਕਈਆਂ ਨੇ। ਮਿਲਖਾ ਸਿੰਘ ਉੱਡਣਾ ਸਿੱਖ ਇਸ ਵੇਲੇ ਤੰਦਰੁਸਤੀ ਵੱਲ ਵਧ ਰਿਹਾ ਜੀ। ਪੀਜੀਆਈ ਦੇ ਵਿੱਚ ICU ਦੇ ਵਿੱਚ ਉਹ ਇਸ ਵੇਲੇ ਦਾਖਲ ਆ। ਉਹਨਾਂ ਦੀ ਤੰਦਰੁਸਤੀ ਦੇ ਲਈ, ਲੰਮੀ ਉਮਰ ਦੇ ਲਈ ਆਪਾਂ ਕਾਮਨਾ ਕਰੀਏ। ਉਧਰੋਂ ਦਲੀਪ ਕੁਮਾਰ ਸਾਹਿਬ ਆ ਜਿਹੜੇ 98 ਸਾਲ ਦੀ ਉਹਨਾਂ ਦੀ ਉਮਰ ਆ, ਉਹ ਇਸ ਵੇਲੇ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਵਿੱਚ ਦਾਖਲ ਆ। ਕੱਲ ਨੂੰ ਕੋਈ ਵੀ ਖਬਰ ਆ ਸਕਦੀ ਆ, ਜ਼ਰੂਰੀ ਥੋੜੀ ਆ ਵੀ ਅਸੀਂ ਜੇ ਕਹਿੰਦੇ ਵੀ ਭਾਈ ਉਹ ਤੰਦਰੁਸਤੀ ਰਹਿਣ ਤੇ ਉਹ ਤੰਦਰੁਸਤ ਰਹਿਣਗੇ। ਅਸੀਂ ਚਾਹੁੰਦੇ ਆ, ਕਾਮਨਾ ਕਰਦੇ ਵੀ ਸਾਰਿਆਂ ਦੀ ਤੰਦਰੁਸਤੀ ਹੋਵੇ, ਪਰ ਉਹਨਾਂ ਦੀ ਘਰਵਾਲੀ ਨੇ, ਸਾਇਰਾ ਬਾਨੋ ਨੇ ਇਹ ਗੱਲ ਕਹੀ ਹੈ ਵੀ ਮਾੜੀਆਂ ਖਬਰਾਂ ਨਾ ਫੈਲਾਓ। ਕੋਈ ਵੀ ਛੁਰਲੀ ਛੱਡ ਦਿੰਦਾ, ਉਹਨਾਂ ਦੀ ਮੌਤ ਹੋ ਗਈ ਵੀ ਤੁਹਾਨੂੰ ਕੁਝ ਮਿਲ ਜੂਗਾ, ਇਦਾਂ ਕਿਹਾ ਤੁਸੀਂ ਟਿਕ ਜਾਓ, ਤੁਹਾਨੂੰ ਟਿਕਾ ਹੈ ਨਹੀਂ, ਕੋਈ ਹੋਰ ਕੰਮ ਕਰ ਲਓ। ਨਾਲੇ ਦੇਖੋ, ਆਪਾਂ ਇਹ ਨਹੀਂ ਸੋਚਦੇ ਵੀ ਹੁਣ ਚਾਹੇ ਮਿਲਖਾ ਸਿੰਘ ਜੀ ਦੀ ਗੱਲ ਕਰੀਏ, ਚਾਹੇ ਦਲੀਪ ਕੁਮਾਰ ਹੋਰਾਂ ਦੀ ਗੱਲ ਕਰੀਏ, ਵੀ ਜਦੋਂ ਉਹਨਾਂ ਦੇ ਪਰਿਵਾਰਕ ਜੀ ਉਹਨਾਂ ਬਾਰੇ ਅਫਵਾਹਾਂ ਪੜ੍ਹ ਦਿੱਤੇ, ਬੰਦਾ ਅੱਗੇ ਇੰਨਾ ਪਰੇਸ਼ਾਨ ਹੁੰਦਾ, ਕਿਉਂਕਿ ਜਦੋਂ ਘਰ ਦਾ ਕੋਈ ਜੀ ਹਸਪਤਾਲ 'ਚ ਹੋਵੇ ਨਾ, ਆਪਾਂ ਸਮਝ ਸਕਦੇ ਹਾਂ ਦਿਮਾਗ ਦੇ ਉੱਪਰ, ਮਾਨਸਿਕਤਾ ਦੇ ਉੱਪਰ ਕਿਹੋ ਜਿਹਾ ਬੋਝ ਹੁੰਦਾ, ਕੀ ਬੀਤ ਰਹੀ ਹੁੰਦੀ ਹੈ। ਵੀ ਉਹ ਪਰਿਵਾਰ ਤਾਂ ਅੱਗੇ ਇੰਨਾ ਜ਼ਿਆਦਾ ਕਹਿ ਲਓ ਵੀ ਦੁਖੀ ਹੋਏਗਾ, ਚਿੰਤਾ ਦੇ ਵਿੱਚ ਹੋਏਗਾ, ਤੇ ਅਸੀਂ ਇਹੋ ਜਿਹੀਆਂ ਅਫਵਾਹਾਂ ਫੈਲਾ ਕੇ ਅਗਲੇ ਬੰਦੇ ਨੂੰ ਹੋਰ ਤੰਗ ਕਰਦੇ ਹਾਂ। ਕਿਉਂ ਬਈ? ਬਿਲਕੁਲ ਸਹੀ। ਚੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨ ਜੀ। ਤੇ ਟਾਣਾ ਸਾਹਿਬ, ਪਕੌੜੇ ਖਾਣੇ? ਪਕੌੜੇ ਖਾ ਲਾਂਗੇ, ਵੈਸੇ ਜੇ ਕੱਲ ਜਾਂ ਪਰਸੋਂ ਮਿਲਦੇ ਨਾ, ਹਾਂਜੀ, ਉਹ ਜ਼ਿਆਦਾ ਵਧੀਆ ਸੀ। ਬਹੁਤ ਜ਼ਿਆਦਾ ਪਕੌੜੇ ਵੈਸੇ ਤਲੇ ਗਏ। ਅਸੀਂ ਬਾਂਦਰ ਜਟਾਣਾ ਦੇ ਵਿੱਚ ਹਾਂਜੀ 4 ਕਲਾਕਾਰਾਂ ਦੇ ਨਾਲ, ਵੱਡੇ ਕਲਾਕਾਰਾਂ ਦੇ ਨਾਲ ਮੁਲਾਕਾਤ ਕਰਕੇ ਆਏ ਚੱਜ ਦੇ ਵਿਚਾਰ ਦੇ ਲਈ। ਹਾਂ, ਉੱਥੇ ਬੜੇ ਸੋਹਣੇ ਮੌੜ ਸਾਹਿਬ ਨੇ ਪਕੌੜੇ ਬਣਾਏ, ਮੌੜ ਫਾਰਮ ਹਾਊਸ ਤੇ। ਸਵਾਦ ਸੋਹਣੇ ਦੇਖਣ ਚ ਸੀ, ਸਵਾਦ ਖਾਣ ਚ ਸੀ ਜੀ, ਬਿਲਕੁਲ, ਤੇ ਸਵਾਦ ਗੜੂੰਦ ਹੋਏ। ਪਰ ਜੇ ਅੱਜ ਵੀ ਹੁਣ ਕੋਈ ਗੱਲ ਨਹੀਂ, ਆਏ ਹਾਏ, ਗੱਲ ਇਹ ਹੈ ਵੀ I don't mind। ਹਾਂਜੀ, ਯਾ ਇਹ ਪਕੌੜਿਆਂ 'ਚ ਕੁਝ ਖਵਾਇਆ ਲੱਗਦਾ ਮੌੜ ਸਾਹਿਬ ਨੇ। ਅੰਗਰੇਜ਼ੀ ਆ ਰਹੀ ਹੈ, ਪਰ ਖੈਰ ਪਕੌੜੇ ਤਲੇ ਗਏ ਨੇ। ਹਾਂ, ਤੇ ਤੇਲ ਚ ਤਲੇ ਹੀ ਜਾਂਦੇ ਆ, ਪਾਣੀ 'ਚ ਤਲੇ ਗਏ ਨੇ, ਗੱਲਾਂ ਨਾਲ ਹੁੰਦੇ ਉਹ। ਤੇ ਉਹੀ ਬਸ ਉਹਨਾਂ ਨੇ ਇੱਕ ਤਰ੍ਹਾਂ ਨਾਲ ਕੀ ਕਹਿੰਦੇ ਹੁੰਦੇ ਆ ਕਿ ਦਿਖਾਉਣ ਦੀ, ਦਰਸਾਉਣ ਦੀ ਕੋਸ਼ਿਸ਼ ਕੀਤੀ ਵੀ ਕੁਝ ਇੱਕ ਲੋਕ ਗੱਲਾਂ ਦੇ ਪਕੌੜੇ ਬਣਾਉਂਦੇ ਆ। ਜਿਨ੍ਹਾਂ ਨੇ ਇਹ ਕੁਝ ਦਿਖਾਇਆ, ਉਹਨਾਂ ਦੀ ਆਪਦੀ ਸਰਕਾਰ ਆ ਜਿਹੜੀ, ਉਹ ਥੁੱਕ ਨਾਲ ਵੜੇ ਪਕਾਉਂਦੀ ਹੈ। ਹੁਣ ਇਹ ਵੀ ਇੱਕ ਵਾਰੀ ਦਿਖਾਉਣਾ ਚਾਹੀਦਾ ਚੰਡੀਗੜ੍ਹ। ਉਹ ਐਕਚੁਅਲੀ ਥੁੱਕ ਮੁੱਕ ਜਾਣੀ ਸੀ ਨਾ, ਟਾਣਾ ਸਾਹਿਬ ਇੰਨੀ ਥੁੱਕ ਕਿੱਥੋਂ ਲਿਆਉਣੀ ਸੀ। ਹਾਂ, ਇਸ ਲਈ ਉਹ ਕਹਿੰਦੇ ਕੋਈ ਨਹੀਂ, ਅਸੀਂ ਪਾਣੀ 'ਚ ਪਕੌੜੇ ਤਲਦੇ ਆ। ਸੰਨੀ ਦਿਓਲ ਆਪ ਪੰਜਾਬ ਦੇ ਵਿੱਚ ਨਹੀਂ ਬੌੜਦਾ, ਇਹ ਗੱਲ ਸੱਚੀ ਹੈ। ਸੰਨੀ ਦਿਓਲ ਨੇ ਕਰੋਨਾ ਮਹਾਮਾਰੀ ਦੇ ਵਿੱਚ ਭੋਰਾ ਸਾਰਨੀ ਲਈ ਆਪਣੇ ਹਲਕੇ ਦੀ ਖੁਦ ਆ ਕੇ, ਇਹ ਵੀ ਗੱਲ ਸੱਚੀ ਹੈ ਜੀ। ਸੰਨੀ ਦਿਓਲ ਨੂੰ ਪੰਜਾਬ ਦਾ ਪੁੱਤ ਕਹਿ ਕੇ ਲੋਕ ਇਸ ਵੇਲੇ ਪਛਤਾਉਂਦੇ ਆ, ਇੱਕ ਹਿੱਸਾ ਇਹ ਵੀ ਗੱਲ ਸੱਚੀ ਆ। ਸੰਨੀ ਦਿਓਲ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਗੁਰਦਾਸਪੁਰ, ਪਠਾਨਕੋਟ ਦੇ ਵਿੱਚ ਕਿੰਨੇ ਪਿੰਡ ਆ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ, ਉਹ ਨਾ 2 ਦਰਜਨ ਪਿੰਡਾਂ ਦੇ ਨਾਂ ਗੁਰਦਾਸਪੁਰ ਦੇ ਐਂ ਗਿਣ ਕੇ ਦਿਖਾ ਦੇਵੇ ਪੰਜਾਬੀ 'ਚ, ਤਾਂ ਮੰਨੀਏ ਵੀ ਭਾਈ ਉਹ ਘਾਤਕ ਵੀ ਆ
ਤਾਂ ਪਤਾ ਲੱਗੇ ਉਹ ਕਾਤੀਏ ਵੀ ਵੀ ਮਾਰਦਾ ਉਹ ਕਾਤੀਏ ਵੀ ਮਾਰਦਾ, ਤਾਂ ਪਤਾ ਲੱਗੇ ਬਾਰਡਰ ਦੇ ਵਿੱਚ ਬੰਬ ਬੁਲਾ ਦਿੰਦਾ। ਜੀ ਪਰ ਉਹਦਾ ਹੋਰ ਖੇਤਰ ਆ, ਇੱਥੇ ਅਸੀਂ ਗਲਤ ਸੀ, ਉਹ ਗਲਤ ਨਹੀਂ ਹੈਗਾ। ਆਪਾਂ ਨੂੰ ਸਿਲਫੀਆਂ ਦਾ ਚਾਅ ਚੜਿਆ ਸੀ ਜੀ। ਤੇ ਹੁਣ ਆਪਾਂ ਸੰਭਾਲ ਕੇ ਰੱਖੀਏ ਉਹਨੂੰ, ਬਿਲਕੁਲ। ਵੱਡੀ ਕਰਾ ਲਈਏ ਉਹਨੂੰ। ਪਰ ਹੁਣ ਕਾਂਗਰਸੀਆਂ ਨੇ ਉਹਦੀ ਕੋਠੀ ਦੇ ਮੂਹਰੇ ਜਾ ਕੇ, ਯੂਥ ਕਾਂਗਰਸ ਦੇ ਲੋਕਾਂ ਨੇ ਪਾਣੀ ਦੇ ਵਿੱਚ ਪਕੌੜੇ ਤਲੇ ਆ। ਕਹਿੰਦੇ ਵੀ ਦੇਖੋ ਇੰਨੀ ਮਹਿੰਗਾਈ ਹੋ ਗਈ ਆ, ਬੀਜੇਪੀ ਕਹਿੰਦੀ ਸੀ ਵੀ ਅਸੀਂ ਮਹਿੰਗਾਈ ਨੂੰ ਖਤਮ ਕਰਾਂਗੇ, ਇੰਨਾ ਹੁਣ ਤੇਲ ਦੀਆਂ ਕੀਮਤਾਂ ਵਧ ਗਈਆਂ, ਐਦਾਂ ਆ ਹੋ ਗਿਆ, ਐਦਾਂ ਆ ਹੋ ਗਿਆ, ਆ ਦੇਖੋ ਜੀ ਪਾਣੀ 'ਚ ਪਕੌੜੇ ਤਲੇ ਅਸੀਂ, ਤੇ ਇਹ ਅਸੀਂ ਅਮਿਤ ਸ਼ਾਹ ਨੂੰ, ਪ੍ਰਧਾਨ ਮੰਤਰੀ ਮੋਦੀ ਨੂੰ ਤੇ ਸਨੀ ਦਿਓਲ ਨੂੰ ਇਹ ਅਸੀਂ ਪੈਕ ਕਰਕੇ ਹੁਣ ਭੇਜਣੇ ਆ। ਲਓ ਜੀ, ਇਹ ਹੋ ਗਿਆ ਇੱਕ ਵਿਅੰਗ। ਪਰ ਹੁਣ ਮੇਰੀ ਬੇਨਤੀ ਇਹ ਆ ਵੀ ਸੂਬੇ ਦੀ ਸਰਕਾਰ ਤੇ ਆ ਜਾਓ, ਤੇ ਸੂਬੇ ਦੀ ਸਰਕਾਰ ਨੇ ਕੀ ਇੱਥੇ ਖੂਨ ਖੋਤਾ? ਦੱਸੋ ਵੀ ਘਰ ਘਰ ਰੁਜ਼ਗਾਰ ਮਿਲ ਗਿਆ? ਇਹ ਦੱਸੋ ਵੀ ਬੁਢਾਪਾ ਪੈਨਸ਼ਨ ਆ ਜਿਹੜੀ ਉਹ ਹੁਣ 1500 ਹੋਈ ਆ ਕਿ ਪਹਿਲੇ ਸਾਲ ਤੋਂ ਹੀ ਹੋਗੀ? ਇਹ ਦੱਸੋ ਜੀ ਬੇਰੁਜ਼ਗਾਰੀ ਭੱਤਾ 2500 ਰੁਪਈਆ ਮਹੀਨਾ ਮਿਲਿਆ ਬੇਰੁਜ਼ਗਾਰਾਂ ਨੂੰ? ਇਹ ਦੱਸੋ ਜੀ 51000 ਰੁਪਏ ਦੀ ਸ਼ਗਨ ਰਾਸ਼ੀ ਹੈ ਜਿਹੜੀ ਉਹ ਉਦੋਂ ਤੋਂ ਮਿਲਣ ਲੱਗ ਪਈ ਜਾਂ ਹੁਣ ਜੇ ਸ਼ੁਰੂਆਤ ਦੀ ਗੱਲ ਕਰਦੇ ਆ? ਇਹ ਦੱਸੋ ਜੀ ਪੰਜਾਬ 'ਚੋਂ ਨਸ਼ੇ ਦਾ ਲੱਕ ਟੁੱਟ ਗਿਆ? ਇਹ ਕੇਬਲ ਮਾਫੀਆ ਖਤਮ ਹੋ ਗਿਆ? ਆ ਜ਼ਮੀਨ ਮਾਫੀਆ, ਰੇਤ ਮਾਫੀਆ ਖਤਮ ਹੋ ਗਿਆ? ਤੇ ਬੇਅਦਬੀ ਕਾਂਡ ਤੇ ਇਨਸਾਫ ਮਿਲਿਆ ਕਿ ਨਹੀਂ? ਆਪਦੀਆਂ ਕੱਛ 'ਚ, ਦੂਜੇ ਦੀਆਂ ਹੱਥ 'ਚ, ਹੈਗੇ ਇੱਕੋ ਜਿਹੇ ਆ। ਬਿਲਕੁਲ ਸਹੀ ਗੱਲ ਹੈ। ਤਾਂ ਜੇ ਆਮ ਲੋਕ ਜਾ ਕੇ ਸਾਰਾ ਕੁਝ ਕਰਨ ਤਾਂ ਫਿਰ ਤਾਂ ਸਮਝ 'ਚ ਵੀ ਆਉਂਦੀ ਹੈ ਵੀ ਆਮ ਬੰਦਾ ਤਾਂ ਹਰੇਕ ਤੋਂ ਤੰਗ ਹੈ। ਉਹ ਚਾਹੇ ਕਾਂਗਰਸ ਹੋਏ, ਆਮ ਆਦਮੀ ਪਾਰਟੀ ਆ, ਅਕਾਲੀ ਦਲ ਆ, ਕੋਈ ਵੀ ਪਾਰਟੀ ਆ, ਆਮ ਬੰਦਾ ਸਿਆਸਤ ਤੋਂ ਵੈਸੇ ਹੀ ਬੜਾ ਤੰਗ ਹੈ। ਉਹ ਜੇ ਇਦਾਂ ਦਾ ਕੁਝ ਕਰੇ ਤਾਂ ਸਮਝ 'ਚ ਆਉਂਦਾ ਆ। ਪਰ ਤੁਸੀਂ ਮਤਲਬ ਆਪਣੀਆਂ ਪਾਸੇ ਰੱਖ ਕੇ ਤੇ ਦੂਜੇ ਦੀਆਂ ਮੋਹਰੇ ਲਿਆ ਕੇ ਦੇਖੋ, ਇਹ ਵੀ ਗਲਤ ਗੱਲ ਹੈ। ਕੈਸੀ ਚੱਲਦੀ ਆ? ਨਵਜੋਤ ਸਿੰਘ ਸਿੱਧੂ ਲੱਭਦਾ ਨਹੀਂ, ਇਹ ਪੋਸਟਰ ਲੱਗਦੇ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਜੀ, ਤੇ ਸਨੀ ਦਿਓਲ ਲੱਭਦਾ ਨਹੀਂ ਗੁਰਦਾਸਪੁਰ ਦੇ ਵਿੱਚ, ਇਹ ਪੋਸਟਰ ਲੱਗਦੇ ਕਾਂਗਰਸ ਦੇ ਵੱਲੋਂ। ਤੇ ਬੰਦਾ ਜਾਵੇ ਕਿੱਥੇ? ਗੱਲ ਤਾਂ ਉਹੀ ਹੈ, ਬਸ ਹਰ ਕੋਈ ਸਿਰਫ ਤੇ ਸਿਰਫ 2022 ਦੀਆਂ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਹੈ। ਆਪਦੀ ਡਫਲੀ ਵਜਾਈ ਜਾਂਦੇ ਆ। ਮਸਲੇ ਪੰਜਾਬ ਦੇ ਕੀ ਆ? ਜਾਂ ਤਾਂ ਫਿਰ ਆਪਾਂ ਅਣਖੀ ਬਣੀਏ, ਸੱਚੀ ਮੁੱਚੀ ਇਹ ਕਹੇ ਵੀ ਅਸੀਂ ਕਿਸੇ ਪਾਰਟੀ ਦੇ ਨਹੀਂ, ਅਸੀਂ ਤਾਂ ਪੰਜਾਬ ਦੇ ਆ। ਜੀ ਬਿਲਕੁਲ, ਅਸੀਂ ਕਹੀਏ ਕਿ ਜਿਹੜਾ ਵਾਕਈ ਪੰਜਾਬ ਦਾ ਭਲਾ ਕਰੂਗਾ, ਜਿਹੜਾ ਵਾਕਈ ਪੰਜਾਬ ਬਾਰੇ, ਪੰਜਾਬੀਆਂ ਬਾਰੇ ਸੋਚੂਗਾ, ਅਸੀਂ ਉਹਦੇ ਨਾਲ ਆ, ਚਾਹੇ ਉਹ ਕਿਸੇ ਵੀ ਪਾਰਟੀ ਤੋਂ ਸੰਬੰਧਿਤ ਹੋਵੇ। ਪਰ ਨਹੀਂ, ਅਸੀਂ ਵੀ ਜਿਹਦੇ ਮਰਜ਼ੀ ਮਗਰ ਤੁਰ ਪੈਂਦੇ ਆ, ਤੇ ਫਿਰ ਜਿਹਦੇ ਮਗਰ ਤੁਰਦੇ ਆ ਉਹ ਫਿਰ ਇਦਾਂ ਦੀਆਂ ਹੀ ਮੈਂ ਨਾ ਇੱਕ ਵਾਰੀ ਇੱਕ ਦਿਨ ਬੰਦੇ ਦੇ ਨਾਲ ਗੱਲਬਾਤ ਚੱਲ ਪਈ। ਉਹ ਕਹਿੰਦਾ ਜੀ ਫਲਾਣਾ ਬੰਦਾ ਫਲਾਣੀ ਪਾਰਟੀ ਨੂੰ ਛੱਡ ਕੇ ਫਲਾਣੀ 'ਚ ਚਲਾ ਗਿਆ, ਫਲਾਣਾ ਫਲਾਣੀ ਨੂੰ ਛੱਡ ਕੇ ਫਲਾਣੀ 'ਚ ਚਲਾ ਗਿਆ, ਤੇ ਕਹਿੰਦਾ ਜੀ ਇਹਨਾਂ ਦਾ ਤਾਂ ਸਟੈਂਡ ਕੋਈ ਨਹੀਂ। ਤੇ ਮੈਂ ਕਿਹਾ ਜਿਹਨਾਂ ਨੇ ਵੋਟ ਪਾਉਣੀ ਉਹਨਾਂ ਦਾ ਕਿੱਥੇ ਸਟੈਂਡ ਆ? ਜੀ ਇਹ ਦੇਖੋ ਵੀ ਅਸੀਂ ਕਹਿੰਦੇ ਆ ਵੀ ਭਾਈ ਐਦਾਂ ਅਤੀਤ ਦੇ ਵਿੱਚ ਫਲਾਣੀ ਪਾਰਟੀ ਨੇ ਐ ਕੀਤਾ ਸਾਡੇ ਨਾਲ, ਤੇ ਸਰਕਾਰ ਕਿਹਦੀ ਆ? ਅਤੀਤ ਦੇ ਵਿੱਚ ਫਲਾਣੀ ਪਾਰਟੀ ਨੇ ਇਉਂ ਕੀਤਾ ਬੇਅਦਬੀ ਮਾਮਲੇ 'ਚ, ਤੇ ਸੰਸਦ ਮੈਂਬਰ ਕਿਹਨਾਂ ਦੇ ਆ? ਸੋ ਇਸ ਕਰਕੇ ਭਾਈ ਅਸੀਂ ਵੀ ਉਹੋ ਜਿਹੇ ਆ, ਪਰ ਰੌਲਾ ਇਹ ਆ ਵੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕਿਹੋ ਜਿਹੇ। ਬਿਲਕੁਲ ਸਹੀ। ਚੱਜ ਦਾ ਵਿਚਾਰ। ਲੋ ਹਰਮਨ ਜੀ, ਯੂਪੀ ਦੇ ਵਿੱਚ ਨਾ ਪ੍ਰਤਾਪਗੜ੍ਹ ਖੇਤਰ ਆ ਜੀ, ਉੱਥੇ ਇੱਕ ਵਿਆਹ ਹੋਇਆ, ਬਸ ਸਿਰਾ ਹੀ ਲੱਗ ਗਿਆ। ਵਿਆਹਾਂ 'ਚ ਸਿਰਾ ਹੀ ਲੱਗਦਾ ਹੁੰਦਾ? ਉਹ ਕਿਵੇਂ? ਪੂਰਾ ਮਤਲਬ ਵੀਰ ਜੀ ਵਿਆਹਣ ਚੱਲਿਆ, ਵੀਰ ਜੀ ਵਿਆਹਣ ਚੱਲਿਆ ਟਾਈਪ ਗਾਣੇ ਚੱਲ ਰਹੇ ਹੁੰਦੇ ਆ। ਆਪਣੇ ਵਿਆਹ 'ਚ ਨੱਚਦਾ ਫਿਰੇ ਮੁੰਡਾ, ਆਪਣੇ ਵਿਆਹ 'ਚ ਨੱਚਦਾ ਫਿਰੇ, ਪਕੌੜੇ, ਕੇਲਿਆਂ ਵਾਲੀ ਚਟਨੀ, ਮਤਲਬ ਸਭ ਕੁਝ ਐ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ। ਪਰ ਮੈਂ ਨਾ ਕਦੇ ਕਦੇ ਹੈਰਾਨ ਰਹਿਣਾ ਵੀ ਵਿਆਹਾਂ ਦੇ ਵਿੱਚ ਜਾ ਕੇ, ਸਾਰੇ ਤਾਂ ਨਹੀਂ, ਕਈ ਲੋਕ ਅਜੀਬ ਗੱਲਾਂ ਕਰਦੇ ਆ। ਜਿਵੇਂ ਪਹਿਲਾਂ ਤਾਂ ਉਹ ਖਾਂਦੇ ਹੈਗੇ ਟਿੱਕੀ ਟੁੱਕੀ, ਨਾਲ ਦੀ ਨਾਲ ਪੀ ਕੇ ਠੰਡਾ, ਉੱਤੋਂ ਦੀ ਚੜ੍ਹ ਲੈਂਦੇ ਕੌਫੀ, ਨਾਲ ਦੀ ਨਾਲ ਫਿਰ ਕਹਿਣਗੇ ਹੁਣ ਸੇਬ ਕੇਲੇ ਖਾਣੇ ਆ, ਫਿਰ ਕਹਿਣਗੇ ਪੈਗ ਲਾ ਕੇ ਨਾਲ ਆਈਸਕ੍ਰੀਮ ਖਾਣੇ ਆ, ਤੇ ਉੱਤੋਂ ਚਿਕਨ ਖਾਵਾਂਗੇ। ਅੱਛਾ, ਉਸ ਤੋਂ ਬਾਅਦ ਫਿਰ ਘਰੇ ਆ ਕੇ ਪਾਉਂਦਾ ਮੇਰੇ ਚ ਜਾਈ ਕੀ ਜਾਂਦਾ? ਨਹੀਂ ਨਹੀਂ, ਉਸ ਤੋਂ ਬਾਅਦ ਜਦੋਂ ਘਰੇ ਆ ਕੇ ਬਿਮਾਰ ਹੋ ਜਾਣਗੇ ਨਾ, ਫਿਰ ਪਤਾ ਕੀ ਕਹਿਣਗੇ? ਪਤਾ ਨਹੀਂ ਹਲਵਾਈਆਂ ਨੇ ਕਿਹੋ ਜਿਹੇ ਮਸਾਲੇ ਵਰਤੇ। ਸਫਾਈ ਨਹੀਂ ਰੱਖੀ ਉਹਨਾਂ ਨੇ, ਹਾਈਜੀਨ ਦਾ ਨਹੀਂ ਸੀ ਕੋਈ ਧਿਆਨ। ਵੀ ਉਹਨੇ ਕਿਹਾ ਸੀ ਹਲਵਾਈ ਨੇ ਵੀ ਆਈਸਕ੍ਰੀਮ ਨਾਲ ਪਕੌੜੇ ਖਾਈ ਚੱਲੋ। ਵਿਆਹ ਨਹੀਂ ਵਧੀਆ, ਨਹੀਂ ਪ੍ਰਬੰਧ ਨਹੀਂ ਵਧੀਆ ਸੀ। ਮੈਂ ਵਿਆਹ ਖਾਦਾ ਢਿੱਡ ਹੀ ਦੁਖੀ ਜਾਂਦਾ ਵੀ ਤੁਹਾਨੂੰ ਹਲਵਾਈ ਨੇ ਕਿਹਾ ਸੀ ਵੀ ਤੁਸੀਂ ਇਦਾਂ ਦਾ ਕੁਝ ਖਾਓ, ਥੋੜਾ ਖਾਓ। ਹਾਂ, ਭਾਵੇਂ ਵਾਰ-ਵਾਰ ਖਾਓ ਪਰ ਥੋੜਾ ਖਾਓ। ਨਾਲੇ ਜਿਹੜੀ ਚੀਜ਼ ਜਿਵੇਂ ਬਣਦੀ ਹੈ ਉਵੇਂ ਹੀ ਖਾਓ, ਵੀ ਇਹ ਨਹੀਂ ਵੀ ਪਲੇਟ ਨੂੰ ਨਾ, ਜਦੋਂ ਆਪਾਂ ਪਲੇਟ ਨੂੰ ਮਾਊਂਟ ਐਵਰੈਸਟ ਨੂੰ ਭਰ ਲੈਨੇ ਆ ਇੱਥੋਂ ਤੱਕ, ਉੱਤੋਂ ਕੁੱਕੜ ਦੀ ਲੱਤ ਤਿਲਕਦੀ ਹੁੰਦੀ ਐ ਜੇ ਉਹ ਐ ਕਰਕੇ, ਉਹਦਾ ਤਾਂ ਮੂੰਹ ਦਾ ਪਰ ਇਧਰ ਨੂੰ ਕਰਕੇ ਤੇ ਪਿੱਠ ਕਰ ਲੈਣੇ ਲੋਕਾਂ ਵੱਲ, ਗਪੜੂ ਗਪੜੂ, ਤੇ ਫਿਰ ਅੱਧੀ ਪਲੇਟ ਤੇ ਰੱਖ ਕੇ ਫਿਰ ਕੇਲੇ ਵਾਲੀ ਚਟਣੀ ਖਾਂਦੇ ਹੁਣ ਕੱਲੀ। ਜੀ ਪਰ ਆ ਜਿਹੜੇ ਵਿਆਹ ਦੀ ਗੱਲ ਕਰ ਰਹੇ ਸੀ, ਇਹ ਪ੍ਰਤਾਪਗੜ੍ਹ ਵਾਲੇ ਵਿਆਹ ਦੀ ਕੀ ਖਾਸ ਸੀ? ਲੋ ਜੀ, ਉੱਥੇ ਮੁੰਡਾ ਗਿਆ ਬਰਾਤ ਲੈ ਕੇ, ਪੂਰੀ ਉਹ ਵਰਮਾਲਾ ਹੁੰਦੀ ਹੈ, ਮੁੰਡਾ ਹੀ ਜਾਂਦਾ ਹੁੰਦਾ ਬਰਾਤ ਲੈ ਕੇ ਨਾ ਟਾਣਾ ਸਾਹਿਬ। ਗੱਲ ਪੂਰੀ ਨਹੀਂ ਹੋਈ। ਹਾਂਜੀ, ਮੈਨੂੰ ਇੰਟਰਪਟ ਨਹੀਂ ਕਰਨਾ। ਓ ਮਾਈ ਗॉड, ਓਕੇ ਠੀਕ ਹੈ ਜੀ। ਲਓ ਜੀ, ਮੁੰਡਾ ਗਿਆ ਉੱਥੇ, ਉਹ ਵਰਮਾਲਾ ਪਾਤੀ, ਸਾਰੀਆਂ ਵਿਆਹ ਦੀਆਂ ਰਸਮਾਂ ਹੋ ਰਹੀਆਂ। ਉਸ ਤੋਂ ਬਾਅਦ ਚਲਾਤਾ ਡੀਜੇ। ਆਏ ਹਾਏ, ਡੀਜੇ ਹੁਣ ਆਪਣੇ ਵਾਲੇ ਗਾਣੇ ਨਹੀਂ ਚੱਲਦੇ, ਅੱਛਾ ਉਧਰਲੇ ਚੱਲਦੇ ਹੋਣੇ ਆ। ਉਹ ਤਾਂ ਫਿਰ ਉਹਨਾਂ ਦੇ ਜਿਹੜੇ ਗਾਣੇ ਹੋਣਗੇ। ਮੁੰਡੇ ਦਾ ਹੁਣ 2 ਘੁੱਟਾਂ ਲੱਗੀਆਂ ਹੋਣੀਆਂ ਜਾਂ ਕੋਈ ਹੋਰ ਖਾਦਾ ਪੀਤਾ ਹੋਣਾ, ਕਹਿੰਦਾ ਵੀ ਜਾਨੇ ਮਨ ਨੂੰ ਨਚਾਉਣਾ ਨਾਲ ਕੁੜੀ ਨੂੰ, ਲਾੜੀ ਨੂੰ। ਅੱਛਾ, ਉਹ ਆਦੀ ਵੀ ਨਹੀਂ ਮੈਂ ਤਾਂ ਸੰਗਦੀ ਆ, ਮੈਥੋਂ ਨਹੀਂ ਨੱਚਿਆ ਜਾਣਾ ਵੀ ਐ ਕਰਕੇ। ਕੁੜੀਆਂ ਸੰਗਦੀਆਂ ਵੀ ਹੁੰਦੀਆਂ, ਤੇ ਫਿਰ ਜਦੋਂ ਸ਼ੁਰੂ ਹੋ ਜਾਣ ਤੇ ਫਿਰ ਨੱਚਦੀਆਂ ਵੀ ਹੁੰਦੀਆਂ।
ਗੱਲ ਆ ਆਪਾਂ ਵੈਸੇ ਕਿੱਧਰਲੇ ਪਾਸੇ ਆ ਪੂਰੀ ਗੱਲ ਸੁਣੋ। ਅੱਛਾ ਲਓ ਜੀ। ਜੀ, ਉਹ ਕਹਿੰਦਾ ਵੀ ਮੈਂ ਨਾਲ ਨਚਾਉਣੀ ਆ ਹਾਂ। ਤੇ ਕੁੜੀ ਕਹਿੰਦੀ ਵੀ ਮੈਂ ਨਹੀਂ ਨੱਚਣਾ। ਅੱਛਾ ਜੀ। ਉਹ ਕਹਿੰਦਾ ਮੈਂ ਤਾਂ ਨਚਾਉਣੀ, ਉਹਨੇ ਜਿੱਦ ਫੜ ਲਈ ਤੇ ਉਹ ਕਹਿੰਦੀ ਵੀ ਨਹੀਂ ਸੌਰੀ ਮੈਂ ਨਹੀਂ ਨੱਚ ਸਕਦੀਗੀ, ਵੀ ਇੱਕ ਤਾਂ ਮੇਰੇ ਹੁਣ ਲਹਿੰਗਾ ਲੂੰਗਾ ਜਾਂ ਬੜਾ ਭਾਰਾ ਪਾਇਆ ਹਾਂ। ਤੇ ਉਹ ਬਾਕੀ ਜਿਹੜਾ ਛੰਗਣ ਮੰਗਣ ਹੁੰਦਾ ਵੀ ਉਹ ਮੇਰੇ ਬੜਾ ਭਾਰਾ, ਜੀ। ਇਸ ਕਰਕੇ ਵੀ ਕੋਈ ਗੱਲ ਨਹੀਂ ਮੈਂ ਸਾਰੀ ਉਮਰ ਗਿੜਦਾ ਪਾਉਣਾ ਹੀ ਹੈ ਤੇਰਾ ਤੇ ਇਸ ਕਰਕੇ ਭਾਈ ਅੱਜ ਮੈਂ ਨਹੀਂ ਨੱਚ ਸਕਦੀ। ਅੱਛਾ ਜੀ। ਪਰ ਮੁੰਡਾ ਤਪ ਗਿਆ ਇਸ ਗੱਲ ਤੇ ਹਾਂ। ਤੇ ਗਾਲਾਂ ਕੱਢਣ ਲੱਗ ਪਿਆ। ਉਹਨੇ ਮੁੱਕਾ ਮੱਕਾ ਮਾਰਿਆ ਆਪਦੀ ਘਰ ਵਾਲੀ ਦੇ। ਫਿਰ ਇਸ ਗੱਲ ਤੇ ਹੁਣ ਕੁੜੀ ਤਪ ਗਈ, ਗਲਤ ਕੀਤਾ ਉਹਨੇ ਤਾਂ ਤਪਣਾ ਹੀ ਬਿਲਕੁਲ। ਵਿਚਾਰੀ ਨੇ। ਹਾਂ। ਉਹ ਕਹਿੰਦੀ ਵੀ ਇਹਨੇ ਨਸ਼ਾ ਕੀਤਾ, ਮੈਂ ਇਹਦੇ ਨਾਲ ਨਹੀਂ ਜਾਣਾ। ਇਸ ਗੱਲ ਦੇ ਉੱਤੇ ਮੁੰਡੇ ਵਾਲੇ ਹੋਰ ਭੜਕ ਗਏ, ਇਧਰੋਂ ਕੁੜੀ ਵਾਲੇ ਭੜਕ ਗਏ ਤੇ ਚਪੇੜੋ ਚਪੇੜੀ ਵਾਲਾ ਕੰਮ ਸ਼ੁਰੂ ਹੋ ਗਿਆ। ਹਾਂ। ਗਾਣਿਆਂ ਤੋਂ ਰੋਣਿਆਂ ਤੱਕ ਦਾ ਸਫ਼ਰ ਹੋ ਗਿਆ ਤੈਅ। ਤੇ ਫਿਰ ਆਈ ਪੁਲਿਸ ਤੇ ਲਾੜੇ ਨੂੰ ਫੜ ਕੇ ਪੁਲਿਸ ਲੈ ਗਈ ਤੇ ਕੁੜੀ ਨੇ ਹੁਣ ਪੱਕੀ ਨਾ ਕਰਤੀ। ਉਹ ਕਹਿੰਦੀ ਵੀ ਹੁਣ ਘਰੇ ਬੈਠਾ ਹੀ ਨਾ ਤੂੰ ਝੂਮਰ ਪਾ। ਹਾਂ ਹੁਣ ਹੁਣ ਤੂੰ ਪਾ ਕਰ। ਗਿੱਧਾ, ਪਾ ਹਾਂ, ਭੰਗੜਾ। ਬਿਲਕੁਲ ਸਹੀ ਗੱਲ ਹੈ। ਪਰ ਗੱਲ ਇਹ ਹੈ ਟਾਣਾ ਸਾਹਿਬ, ਪਤਾ ਨਹੀਂ ਕਿਸੇ ਨੂੰ ਇਹ ਗੱਲ ਕਿਹੋ ਜੀ ਲੱਗੇ, ਪਰ ਮੈਂ ਹੀ ਮੰਨਦੀ ਆ ਕਿ ਕੁੜੀ ਨੇ ਬਿਲਕੁਲ ਸਹੀ ਫੈਸਲਾ ਬਿਲਕੁਲ ਕੀਤਾ। ਸਹੀ। ਜਿਹੜੇ ਬੰਦੇ ਨੂੰ ਉੱਥੇ ਸ਼ਰਮ ਨਹੀਂ ਆਈ, ਜਿਹਨੇ ਇਹ ਨਹੀਂ ਸੋਚਿਆ ਵੀ ਲੋਕ ਵੇਖਦੇ ਪਏ ਨੇ, ਇੰਨੇ ਸਾਰੇ ਲੋਕ ਨੇ, ਮੇਰਾ ਵਿਆਹ ਦਾ ਦਿਨ ਹੈ ਤੇ ਮੈਨੂੰ ਜਨਾਨੀ ਦੇ ਉੱਪਰ ਹੱਥ ਚੁੱਕਣ ਦਾ ਕੋਈ ਵੀ ਅਧਿਕਾਰ ਨਹੀਂ ਹੈਗਾ, ਉਹ ਬੰਦਾ ਬਾਅਦ ਚ ਕੀ ਕੁਛ ਕਰਦਾ ਹੈ ਇਹ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ, ਹਨਾ। ਸੋ ਕਦੇ ਵੀ ਗਲਤ ਦੇ ਅੱਗੇ ਹਮੇਸ਼ਾ ਖੜ ਜਾਣਾ ਚਾਹੀਦਾ ਹੈ। ਬਹੁਤੀ ਵਾਰ ਅਸੀਂ ਆਪਣੇ ਫੈਸਲੇ ਜਿਹੜੇ ਜ਼ਿੰਦਗੀ ਦੇ ਉਹ ਇਸ ਲਈ ਲੈ ਬੈਠਦੇ ਹਾਂ ਵੀ ਲੋਕ ਕੀ ਕਹਿਣਗੇ, ਐ ਕੀ ਹੋਊਗਾ, ਉਹ ਕੀ, ਕੁਛ ਨਹੀਂ ਹੋਊਗਾ। ਜ਼ਿੰਦਗੀ ਤੁਹਾਡੀ ਹੈ ਤੇ ਤੁਹਾਨੂੰ ਆਪਣੇ ਢੰਗ ਨਾਲ ਜਿਉਣੀ ਚਾਹੀਦੀ ਹੈ। ਨਾਲੇ ਗੱਲ ਇਹ ਆ ਵੀ ਬੰਦੇ ਨੂੰ ਸੱਭਿਅਕ ਹੋਣਾ ਚਾਹੀਦਾ। ਜੀ। ਜਿਹੜਾ ਅੱਜ ਨਹੀਂ ਸੱਭਿਅਕ ਉਹ ਕੱਲ ਨੂੰ ਕਿਵੇਂ ਸੱਭਿਅਕ ਕਦੇ ਵੀ ਨਹੀਂ ਹੋ ਹੋਊਗਾ। ਸਕਦਾ। ਉਹ ਘਰੇ ਜਾ ਕੇ ਕੋਈ ਪਤਾ ਨਹੀਂ ਕੋਈ ਹੋਰ ਗੱਲ ਕੱਢ ਮਾਰੇ ਵੀ ਤੂੰ ਐਂ ਕਰ, ਤੂੰ ਐਂ ਜੀ। ਕਰ। ਨਾਲੇ ਜਿਹੜਾ ਨੱਚਣ ਦੀ ਗੱਲ ਦੇ ਉੱਪਰ ਇੰਨਾ ਕੁਝ ਕਰ ਸਕਦਾ, ਮਾਰ ਕੁਟਾਈ ਕਰ ਸਕਦਾ, ਤੇ ਕੱਲ ਨੂੰ ਜੇ ਦਾਲ 'ਚ ਲੂਣ ਭੋਰਾ ਵਾਧਿਆਂ ਘੱਟ ਪੈ ਗਿਆ ਇਹ ਤਾਂ ਕੁੜੀ ਮਾਰ ਦਊਗਾ ਵੈਸੇ ਹੀ। ਇਹੋ ਜਿਹੇ ਬੰਦੇ ਦੇ ਨਾਲ ਵੈਸੇ ਹੀ ਨਹੀਂ ਜਾਣਾ ਚਾਹੀਦਾ ਸੀ। ਸੋ ਇਹ ਤਾਂ ਕਹਿੰਦੇ ਹੁੰਦੇ ਆ ਨਾ ਵੀ ਜੋ ਕੁਝ ਵੀ ਵਾਪਰਦਾ ਉਹ ਕਿਤੇ ਨਾ ਕਿਤੇ ਭਲੇ ਲਈ ਹੀ ਵਾਪਰਦਾ। ਸ਼ਾਇਦ ਉਹ ਵਿਚਾਰੀ ਕੁੜੀ ਦੀ ਜ਼ਿੰਦਗੀ ਜਿਹੜੀ ਹੈ ਉਹ ਸਵਰਨੀ ਸੀ, ਹੋਰ ਜ਼ਿਆਦਾ ਸੋਹਣੀ ਹੋਣੀ ਸੀ, ਇਸ ਲਈ ਸਾਰਾ ਕੁਝ ਵਿਆਹ ਵਾਲੇ ਦਿਨ ਹੀ ਤੇ ਵਾਪਰ ਮੇਰੀ ਇੱਕ ਹੋਰ ਬੇਨਤੀ ਵੀ ਹੈ ਲੋਕਾਂ ਨੂੰ, ਜਦੋਂ ਨਾ ਆਪਾਂ ਕੋਈ ਰਿਸ਼ਤਾ ਤੈਅ ਕਰਦੇ ਆ ਉਦੋਂ ਕੁੜੀ ਵਾਲੇ ਇਹ ਗੱਲ ਪੁੱਛਦੇ ਆ ਵੀ ਮੁੰਡਾ ਕੁਝ ਖਾਂਦਾ ਪੀਂਦਾ ਤਾਂ ਨਹੀਂ। ਜੀ। ਤੇ ਜੇ ਕੁਝ ਖਾਂਦਾ ਪੀਂਦਾ ਵੀ ਹੋਵੇ ਬਹੁਤੀ ਵਾਰ ਝੂਠ ਹੀ ਬੋਲਿਆ ਜਾਂਦਾ ਵੀ ਨਾ ਇਹ ਤਾਂ ਭਾਈ ਦਾਰੂ ਦੇ ਨੇੜੇ ਨਹੀਂ ਜਾਂਦਾ। ਤੇ ਕੁੜੀ ਵਾਲੇ ਵੀ ਕਹਿੰਦੇ ਦਾਰੂ ਨਾ ਪੀਂਦਾ ਹੋਵੇ, ਜਰਦਾ ਵੀ ਨਾ ਖਾਂਦਾ ਹੋਵੇ, ਚਿੱਟਾ ਵੀ ਨਾ ਲਾਉਂਦਾ ਹੋਵੇ, ਕੁਛ ਨਾ ਕਰਦਾ ਹੋਵੇ। ਪਰ ਜਦੋਂ ਉਹੀ ਮੁੰਡਾ ਵਿਆਹ ਤੋਂ ਬਾਅਦ ਸਹੁਰੇ ਘਰ ਜਾਂਦਾ ਤੇ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਕਿਹੜੀ ਲਾਉਂਗੇ ਫਿਰ। ਲਾ ਲਓ ਕੋਈ ਗੱਲ ਨਹੀਂ, ਬੰਦਿਆਂ ਦਾ ਕੰਮ ਆ। ਨਾਲੇ ਜਵਾਈ ਭਾਈ ਦੀ ਸੇਵਾ ਕੀ ਹੋਈ ਇਹ ਭਲਾ। ਸੇਵਾ ਕਾਦੀ ਹੋਈ ਜੇ ਮੂਰੇ ਕੁੱਕੜੀ ਨਾ ਰੱਖਿਆ, ਜੇ ਬੋਤਲੀ ਨਾ ਰੱਖੀ ਤੇ ਭਾਈ ਇਹ ਉਹੀ ਬੰਦਾ ਜਿਹਨੂੰ ਤੁਸੀਂ ਹਫ਼ਤਾ ਕੁ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਵੀ ਨਾ ਨਾ ਕੁਛ ਨਾ ਖਾਂਦਾ ਹੋਵੇ। ਹੋਰ ਵੀ ਇੱਕ ਪੱਖ ਹੁੰਦਾ ਟਾਣਾ ਸਾਹਿਬ ਇਹਦਾ, ਪਹਿਲਾਂ ਪੁੱਛੀ ਜਾਣਗੇ ਮੁੰਡਾ ਕੁਛ ਖਾਂਦਾ ਪੀਂਦਾ ਤਾਂ ਨਹੀਂ, ਤੇ ਜਦੋਂ ਰਿਸ਼ਤਾ ਹੋ ਜਾਂਦਾ ਫਿਰ ਪੁੱਛਣਗੇ ਵਿਆਹ 'ਚ ਕਿਹੜੀ ਵਾਲੀ ਦਾਰੂ ਚੱਲੇ ਫਿਰ। ਹਾਂ। ਤੇ ਜੇ ਆਪਾਂ ਮੁੰਡਾ ਸੋਫੀ ਭਾਲਦੇ ਆ ਤਾਂ ਦੂਜਿਆਂ ਨੂੰ ਸ਼ਰਾਬੀ ਕਰਨ ਦਾ ਵੀ ਆਪਾਂ ਨੂੰ ਕੋਈ ਹੱਕ ਬਿਲਕੁਲ ਨਹੀਂ। ਸਹੀ ਗੱਲ। ਚੱਜ ਦਾ ਵਿਚਾਰ। ਹਰਮਨ ਜੀ ਸੋਨੇ ਦੇ ਸਿੱਕੇ ਲੈਣੇ ਆ। ਰਹਿਣ ਦੋ ਤੁਸੀਂ, ਬਾਅਦ 'ਚ ਸਕੂਟਰੀ। ਕੋਈ ਹੋਰ ਹੀ ਗੱਲ ਕੱਢ ਮਾਰਦੇ ਹੁੰਦੇ ਐ, ਕਿਤੇ ਲਾਲਚ ਹੀ ਨਹੀਂ ਕਰਨਾ। ਤੁਹਾਡੀ ਸਕੂਟਰੀ ਪੁਰਾਣੀ ਹੋ ਗਈ ਆ ਜੀ। ਬਰੂੰ ਕਰਦੀ ਨਵੀਂ ਸਕੂਟਰੀ। ਟਾਣਾ ਸਾਹਿਬ ਦਿਲ ਬਹੁਤ ਕਰਦਾ। ਮਿਕਸੀ ਗ੍ਰਾਈਂਡਰ, ਬਿਰਿਆਨੀ, ਨਾ ਆਂਡੇ, ਨਾ ਬੜਾ ਕੁਝ ਮਿਲੂਗਾ। ਹੈ ਬਸ ਚੇਨਈ ਜਾਣਾ ਪੈਣਾ ਇੱਕ ਵਾਰੀ। ਲੈ, ਜਿੰਨੇ ਦੀ ਟਿਕਟ ਲਾ ਕੇ ਮੈਂ ਚੇਨਈ ਜਾਣਾ ਉਹਨੇ ਤਾਂ ਇੱਥੇ ਬਹੁਤ ਕੁਝ ਮਿਲ ਜਾਣਾ। ਅੱਛਾ। ਹਾਂ, ਮੈਨੂੰ ਕੌਣ ਸਿਆਣਾ ਕਹੂ। ਉਹ ਨਹੀਂ ਤੁਸੀਂ ਗੱਲ ਨੂੰ ਸਮਝੋ। ਕੀ? ਨਾਲੇ ਤਾਂ ਤੁਹਾਡੇ ਟੀਕਾ ਲੱਗੂਗਾ ਮੁਫਤ ਦੇ ਵਿੱਚ ਅੱਛਾ ਜੀ। ਤੇ ਨਾਲੇ ਮਿਲੂ ਤੁਹਾਨੂੰ ਸਕੂਟਰੀ। ਉਸੇ ਸਕੂਟਰੀ ਤੇ ਭਾਵੇਂ ਆ ਜਿਓ। ਨਹੀਂ ਨਹੀਂ ਟਾਣਾ ਸਾਹਿਬ ਗੱਲ ਪੂਰੀ ਦੱਸੋ। ਚੇਨਈ ਦੇ ਵਿੱਚ ਕਰੋਨਾ ਵੈਕਸੀਨ ਲਵਾਉਣ ਵਾਲੇ ਲੋਕਾਂ ਦੇ ਲਈ ਡਰਾ ਕੱਢਿਆ ਜਾਂਦਾ ਅੱਛਾ। ਵੀ ਉੱਥੇ ਲੋਕ ਲਵਾਉਂਦੇ ਨਹੀਂ ਸੀਗਾ ਟੀਕਾ। ਕੋਵਲਮ ਖੇਤਰ ਆ। ਪਤਾ ਲੱਗਾ ਜੀ ਕਿ ਇੱਥੇ ਨਾ ਹੁਣ ਡਰਾ ਪਾਇਆ ਜਾਂਦਾ। ਇਹ ਸਮਾਜ ਸੇਵੀ ਜਥੇਬੰਦੀਆਂ ਨੇ ਲੋਕਾਂ ਨੂੰ ਕਰੋਨਾ ਵੈਕਸੀਨ ਦੇ ਨਾਲ ਜੋੜਨ ਦੇ ਲਈ, ਇਹਨਾਂ ਨੂੰ ਇੱਧਰ ਖਿੱਚਣ ਦੇ ਲਈ ਲੋਕ ਦੂਰੀ ਬਣਾਈ ਬੈਠੇ ਆ। ਇਸ ਕਰਕੇ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ। ਉੱਥੇ ਲੋਕਾਂ ਨੂੰ ਡਰਾ ਕੱਢ ਕੇ ਸਕੂਟਰੀਆਂ ਮਿਲਦੀਆਂ, ਡਰਾ ਕੱਢ ਕੇ ਸੋਨੇ ਦੇ ਸਿੱਕੇ ਮਿਲਦੇ ਆ। ਜਿਹੜਾ ਵੀ ਕਰੋਨਾ ਵੈਕਸੀਨ ਲਵਾਉਣ ਆਉਂਦਾ ਉਹਨੂੰ ਚਿਕਨ ਬਿਰਿਆਨੀ ਮਿਲਦੀ ਆ ਆਏ ਨੂੰ, ਕਿਸੇ ਨੂੰ ਆਂਡੇ ਮਿਲਦੇ ਆ, ਕਿਸੇ ਨੂੰ ਭੁਜੀਆ ਮਿਲਦਾ, ਕਿਸੇ ਨੂੰ ਉੱਥੇ ਕੁਝ ਹੋਰ ਮਿਲਦਾ। ਖਾਣ ਪੀਣ ਨੂੰ ਨਜ਼ਾਰੇ ਆਈ ਜਾਂਦੇ ਆ। ਕਹਿੰਦੇ ਵੀ ਇੱਕਦਮ ਲੋਕਾਂ ਦੀ ਗਿਣਤੀ ਵੱਧ ਗਈ ਆ। ਅੱਛਾ ਜੀ। ਹਾਂਜੀ, ਟੀਕਾ ਲਵਾਉਣ ਵਾਲਿਆਂ ਦੀ। ਤਰੀਕਾ ਤਾਂ ਵਧੀਆ ਟਾਣਾ ਸਾਹਿਬ, ਕਿਉਂਕਿ ਲੋਕ ਜਿਹੜੇ ਨੇ ਇਸ ਵੇਲੇ ਬਹੁਤ ਜ਼ਿਆਦਾ ਅੱਗੇ ਨਹੀਂ ਆ ਰਹੇ। ਮੈਂ ਉਸ ਦਿਨ ਇੱਕ ਰਿਪੋਰਟ ਪੜ੍ਹ ਰਹੀ ਸੀ ਜਿਹਦੇ 'ਚ ਦਾਅਵਾ ਕੀਤਾ ਗਿਆ ਸੀ ਕਿ ਹੁਣ ਤੱਕ ਭਾਰਤ ਦੀ ਕੁੱਲ ਆਬਾਦੀ ਦੇ ਸਿਰਫ 3 ਤੋਂ 4% ਹਿੱਸੇ ਨੇ ਹੀ ਟੀਕੇ ਲਵਾਏ ਨੇ। ਬਹੁਤੇ ਲੋਕ ਟੀਕਾ ਲਵਾਉਣ ਲਈ ਅੱਗੇ ਨਹੀਂ ਆ ਰਹੇ ਔਰ ਇਹਦੇ ਲਈ ਬਹੁਤ ਸਾਰੇ ਜਿਹੜੇ ਕਾਰਨ ਹੈਗੇ ਆ। ਇੱਕ ਤਾਂ ਸੁੱਖ ਨਾਲ ਮਤਲਬ ਉਹ ਬੀਬੀ ਚਾਹੇ ਫੋਨ ਤੇ ਕਹਿੰਦੀ ਰਹਿੰਦੀ ਵੀ ਟੀਕਾ ਲਵਾਓ ਲਵਾਓ, ਪਰ ਟੀਕਾ ਹੈ ਨਹੀਂ ਸਰਕਾਰਾਂ ਕੋਲ, ਹਨਾ। ਇਹ ਵੀ ਇੱਕ ਰੀਜ਼ਨ ਹੈ। ਫਿਰ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਘਾਟ ਹੈ। ਬਹੁਤ ਸਾਰੇ ਲੋਕ ਜਿਹੜੇ
ਬਹੁਤ ਸਾਰੀਆਂ ਗੱਲਾਂ ਸੋਚੀ ਬੈਠੇ ਆ ਟੀਕੇ ਨੂੰ ਲੈ ਕੇ, ਹਨਾ। ਇਸ ਲਈ ਲੋਕ ਜਾ ਨਹੀਂ ਰਹੇ। ਸੋ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਲੋਕਾਂ ਨੂੰ ਨਾਲ ਜੋੜਨਾ, ਜਾਗਰੂਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਸਹੀ ਗੱਲ ਆ, ਜਾਗਰੂਕ ਕਰਨਾ ਬੇहद ਜ਼ਰੂਰੀ ਆ। ਮੇਰੇ ਇੱਕ ਦੋਸਤ ਦਾ ਫੋਨ ਆਇਆ ਮੈਨੂੰ ਮਾਲਵੇ ਦੇ ਵੱਲੋਂ। ਅੱਛਾ ਜੀ। ਉਹ ਕਹਿੰਦਾ ਵੀ ਸਾਡੀ ਜਿਹੜੀ ਕਲੱਬ ਬਣੀ ਹੋਈ ਹੈ ਨਾ, ਅਸੀਂ ਪਿੰਡਾਂ ਦੇ ਵਿੱਚ ਪੰਚਾਇਤ ਦੇ ਸਹਿਯੋਗ ਦੇ ਨਾਲ ਤੇ ਇਹ ਵੈਕਸੀਨ ਦੇ ਕੈਂਪ ਲਵਾਉਣੇ ਸ਼ੁਰੂ ਕੀਤੇ ਆ। ਤੇ ਕਹਿੰਦਾ ਵੀ ਅਸੀਂ ਜਾਂਦੇ ਆ ਘਰ ਘਰ ਦੇ ਵਿੱਚ, ਕਈ ਲੋਕ ਤਾਂ ਮੰਨ ਜਾਂਦੇ ਆ ਪਰ ਕਈ ਲੋਕ ਬਹੁਤ ਜ਼ਿੱਦ ਕਰਦੇ ਵੀ ਅਸੀਂ ਵੀ ਟੀਕਾ ਲਵਾਉਣਾ। ਕਹਿੰਦਾ ਲੋਕ ਅੱਗੋਂ ਕਹਿਣਗੇ ਜੇ ਕਿਤੇ ਮੇਰੀ ਵਹੁਟੀ ਨੂੰ ਕੁਝ ਹੋ ਗਿਆ ਜ਼ਿੰਮੇਵਾਰ ਤੁਸੀਂ ਆ, ਅੱਗ ਲਾ ਦੂੰ ਮੈਂ ਤੈਨੂੰ। ਉਹ ਕਹਿੰਦਾ ਵੀ ਅਸੀਂ ਕਹਿੰਦੇ ਵੀ ਕੋਈ ਗੱਲ ਨਹੀਂ, ਤੁਸੀਂ ਟੀਕਾ ਲਵਾ ਲਓ, ਕੁਝ ਨਹੀਂ ਹੁੰਦਾ, ਨੁਕਸਾਨ ਨਹੀਂ ਹੋਣਾ ਚਾਹੀਦਾ। ਅਸੀਂ ਕਹਿੰਦੇ ਵੀ ਕੋਈ ਨੁਕਸਾਨ ਨਹੀਂ ਹੁੰਦਾਗਾ, ਦੇਖ ਲੈ ਤੇਰੀ ਜ਼ਿੰਮੇਵਾਰੀ ਤੇ ਲਵਾਉਣਾ ਆਪਾਂ। ਕੋਈ ਨਹੀਂ, ਲਵਾ ਲਾ ਭਰਾਵਾ। ਫੇਰ ਗੱਲ ਉੱਥੇ ਮੈਂ ਲਿਖ ਕੇ ਲਵਾਂਗਾ। ਤੇ ਕਹਿੰਦਾ ਵੀ ਐਂ ਅਸੀਂ ਟੀਕੇ ਲਾਈ ਜਾਂਦੇ ਆ, ਲਵਾਈ ਜਾਂਦੇ ਆ। ਕਹਿੰਦਾ ਇੱਕ ਦਿਨ ਸਵੇਰੇ ਸਵੇਰੇ ਬੰਦਾ ਆ ਗਿਆ ਸਾਡੇ ਘਰੇ, ਬੂਹਾ ਖੜਕਾਤਾ। ਕਹਿੰਦਾ ਮੈਂ ਬੂਹਾ ਖੋਲਿਆ, ਕਹਿੰਦਾ ਕਰਤਾ ਨਾ ਨੁਕਸਾਨ ਸਾਡਾ। ਕੀ ਹੋਇਆ? ਤੇ ਕਹਿੰਦਾ ਮੈਂ ਕਿਹਾ ਹੋਇਆ ਕੀ? ਕਹਿੰਦਾ ਰਾਤ ਦੀ ਕਬਜੀ ਹੋਈ ਪਈ ਉਹਨੂੰ। ਤੇ ਕਹਿੰਦਾ ਮੈਂ ਕਿਹਾ ਵੀ ਇਹਦਾ ਟੀਕੇ ਨਾਲ ਕੀ ਸੰਬੰਧ, ਆ ਜੂਗੀ ਉਹਨੂੰ। ਜੇ ਉਹਦਾ ਕੋਈ ਨੁਕਸਾਨ ਹੋ ਗਿਆ ਹਿਸਾਬ ਲਾ ਲਾ, ਉਹਨੂੰ ਆਉਦੀ ਨਹੀਂ ਹੋਣਾ। ਵੀ ਏਦਾਂ ਦਾ ਵੀ ਆ, ਪੇਟੀ ਥੱਲੋਂ ਕੱਢ ਕੱਢ ਕੇ ਟੀਕੇ ਲਵਾਉਣੇ ਪੈਂਦੇ ਬੰਦਿਆਂ ਦੇ। ਹਾਂ ਚਲੋ ਕੋਈ ਗੱਲ ਨਹੀਂ, ਟਾਣਾ ਸਾਹਿਬ ਲਵਾ ਲੈਣਗੇ ਲੋਕ, ਟੀਕੇ ਲਵਾ ਲੈਣਗੇ। ਹਾਂ, ਚਿੰਤਾ ਨਹੀਂ ਕਰਨੀ ਕਿਸੇ ਨੇ, ਪਰ ਨੁਕਸਾਨ ਨਹੀਂ ਹੋਣਾ ਚਾਹੀਦਾ। ਤੇ ਆਪਾਂ ਚੱਲੀਏ ਹੁਣ, ਜਾਣਦਾ ਹੋ ਗਿਆ ਵੇਲਾ ਜੀ। ਪ੍ਰਤੀਕਿਰਿਆ ਜ਼ਰੂਰ ਆਪਣੀ ਸਾਡੇ ਤੇ ਪਹੁੰਚਾਓ। ਫਿਲਹਾਲ ਦੇ ਲਈ ਦੋਵਾਂ ਦੇ ਇਜਾਜ਼ਤ, ਕੱਲ ਨੂੰ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।